ਕਿਰਿਆ ਕਰੀ ਨ ਕਿਨਹੂ ਆਨ। ਤੇਕ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ। ਵਾਹਿਗੁਰੂ। ਹੈ ਸਭ ਜਗ ਭਇਓ। ਜੈ 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 ਸੁਰਲੋਕ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਖਾਨੇ ਕੋ ਸਮੀਪ ਜੋ ਖਰਿਓ, ਤਿਸਨੇ ਢਾਂਪਨ ਸੁਨਤ ਉਤਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ ਆਪ ਸੰਗਤ ਨੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਅਮੋਲਕ ਗੁਰਬਾਣੀ ਦੇ ਕੀਰਤਨ ਦੀਆਂ ਦਾਤਾਂ ਪ੍ਰਾਪਤ ਕੀਤੀਆਂ ਨੇ। ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਜੀਵਨ ਕਥਾ ਜੋ ਆਪਾਂ ਸਰਵਨ ਕਰ ਰਹੇ ਹਾਂ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਇਸ ਵੇਲੇ ਦਿੱਲੀ ਦੀ ਧਰਤੀ ਤੇ ਪਹੁੰਚੇ ਨੇ। ਬਾਦਸ਼ਾਹ ਔਰੰਗਜ਼ੇਬ ਦੇ 2 ਵਜ਼ੀਰ ਅਤੇ 10 ਸਿਪਾਹੀ ਮਾਸ ਤਿਆਰ ਕਰਕੇ, ਮਾਸ ਪਕਾ ਕੇ ਇੱਕ ਭਾਂਡੇ ਵਿੱਚ ਪਾ ਕੇ ਜਿਸ ਕੈਦਖਾਨੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਬੈਠੇ ਉੱਥੇ ਲੈ ਕੇ ਗਏ ਨੇ। ਕਹਿਣ ਲੱਗੇ, ਮਹਾਰਾਜ ਜੇ ਬਾਦਸ਼ਾਹ ਦੀ ਕਈ ਗੱਲ ਮੰਨ ਲਵੋ, ਬਾਦਸ਼ਾਹ ਤੁਹਾਨੂੰ ਆਪਣਾ ਜਵਾਈ ਬਣਾ ਲਵੇਗਾ, ਆਪਣੀ ਲੜਕੀ ਦਾ ਰਿਸ਼ਤਾ ਕਰੇਗਾ। ਇਸਲਾਮ ਧਰਮ ਦੇ ਵਿੱਚ ਸਭ ਤੋਂ ਵੱਡਾ ਪੀਰ ਤੁਹਾਨੂੰ ਮੰਨਿਆ ਜਾਏਗਾ। ਸੋਨੇ ਦੀਆਂ ਮੋਹਰਾਂ ਦਾ ਲੋਕ ਆ ਕੇ ਮੱਥਾ ਟੇਕਿਆ ਕਰਨਗੇ। ਪਰ ਇਹ ਤਾਂ ਮਿਲੇਗਾ ਜੇ ਤੁਸੀਂ ਮੁਸਲਮਾਨ ਬਣ ਜਾਓ। ਜੇ ਨਹੀਂ ਬਣੋਗੇ ਤੇ ਫਿਰ ਬਾਦਸ਼ਾਹ ਤੁਹਾਡੇ ਦਾ ਇੰਨਾ ਨੁਕਸਾਨ ਕਰੇਗਾ ਵੀ ਤੁਸੀਂ ਕਿਤੇ ਜਾ ਵੀ ਨਹੀਂ ਸਕਦੇ ਹੋ। ਸਾਡੀ ਗੱਲ ਮੰਨ ਲਵੋ, ਇਹ ਜਿਹੜਾ ਮਾਸ ਦਾ ਭਾਂਡਾ ਅਸੀਂ ਭਰ ਕੇ ਲੈ ਕੇ ਆਏ ਹਾਂ, ਇਹਦੇ ਵਿੱਚੋਂ ਥੋੜ੍ਹਾ ਜਿਹਾ ਮਾਸ ਆਪ ਖਾ ਲਵੋ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਸੁਣੇ ਬਚਨ। ਮਹਾਰਾਜ ਨੇ ਪਹਿਲਾਂ ਤੇ ਸਮਝਾਇਆ, ਪਰ ਜਦੋਂ ਗੱਲ ਇਹਨਾਂ ਦੇ ਦਿਮਾਗ ਵਿੱਚ ਨਹੀਂ ਪਈ ਹੈ, ਫਿਰ ਮਹਾਰਾਜ ਕਹਿਣ ਲੱਗੇ ਨੇ। ਕੀ ਕਹਿੰਦੇ ਨੇ ਉਹ ਬਚਨ ਆਪਾਂ ਹੁਣ ਸਰਵਨ ਕਰਾਂਗੇ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਚੁੱਪ ਦਾ ਦਾਨ ਬਖਸ਼ੀਏ। ਸੋ ਆਓ ਬੜੀ ਭਾਵਨਾ ਦੇ ਨਾਲ ਸਰਵਨ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਖਾਨੇ ਕੋ ਸਮੀਪ ਜੋ ਖਰਿਓ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਿਹੜਾ ਖਾਣੇ ਦੇ ਕੋਲ ਜਿਸਨੇ ਉਹ ਫੜਿਆ ਹੋਇਆ ਨਾ ਵੱਡਾ ਪਤੀਲਾ, ਜਿਸ ਪਤੀਲੇ ਦੇ ਵਿੱਚ ਮਾਸ ਪਾਇਆ ਹੋਇਆ, ਜਿਹਨੇ ਉਹ ਪਤੀਲਾ ਹੱਥ ਵਿੱਚ ਫੜਿਆ ਸੀ, ਤੇ ਮਹਾਰਾਜ ਸਾਹਿਬ ਜੀ ਫਿਰ ਉਸ ਵੇਲੇ ਕਹਿਣ ਲੱਗੇ ਹਨ, ਤਿਸਨੇ ਢਾਂਪਨ ਸੁਨਤ ਉਤਰਿਓ। ਮਹਾਰਾਜ ਨੇ ਵੇਖਿਆ ਉਸ ਪਤੀਲੇ ਦੇ ਵੱਲ। ਪਾਤਸ਼ਾਹ ਕਹਿੰਦੇ ਇਹਦਾ ਢੱਕਣ ਖੋਲ ਕੇ ਵਿਖਾਓ ਵੀ ਇਹਦੇ ਵਿੱਚ ਕੀ ਹੈ। ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਬਚਨ ਸੁਣੇ ਨਾ, ਜਿੰਨੇ ਪਤੀਲਾ ਪਕੜਿਆ ਸੀ ਉਹਨੇ ਫਿਰ ਪਤੀਲੇ ਉੱਪਰੋਂ ਢੱਕਣ ਚੁੱਕ ਦਿੱਤਾ, ਕਿਉਂਕਿ ਮਹਾਰਾਜ ਨੇ ਕਿਹਾ ਨਾ ਵਿਖਾਓ ਇਹਦੇ ਵਿੱਚ ਕੀ ਹੈ। ਤੇ ਉਹਨਾਂ ਨੇ ਢੱਕਣ ਖੋਲ੍ਹਿਆ ਉਸ ਪਤੀਲੇ ਦਾ ਜਿਸ ਪਤੀਲੇ ਵਿੱਚ ਮਾਸ ਲੈ ਕੇ ਆਏ ਨੇ। ਫਿਰ ਉਸ ਵੇਲੇ ਜਵੇ ਦੇਗਚਾ ਤੁਰ ਕੇ ਉਘਾਰਾ। ਜਦੋਂ ਉਸ ਮੁਸਲਮਾਨ ਨੇ ਉਹ ਦੇਗਚਾ ਵੱਡਾ ਟੱਬ ਜਿਹੜਾ ਭਰ ਕੇ ਲਿਆਏ ਮਾਸ ਦਾ, ਜਦੋਂ ਉਹਦਾ ਢੱਕਣ ਖੋਲ ਕੇ ਕੀਤਾ ਨਾ ਸਾਹਮਣੇ ਵੇਖਣ ਵਾਸਤੇ, ਤੇ ਫਿਰ ਇਸ ਮਹਿ ਅਚਰਜ ਭਇਓ ਨਿਹਾਰ। ਸਾਰਿਆਂ ਨੂੰ ਵੇਖ ਕੇ ਹੈਰਾਨੀ ਹੋ ਗਈ। ਇੰਨੇ ਹੈਰਾਨ ਹੋ ਗਿਆ ਵੀ ਬਣਾ ਕੇ ਤੇ ਮਾਸ ਲੈ ਕੇ ਆਏ ਆ, ਆਪਣੇ ਹੱਥਾਂ ਦੇ ਨਾਲ ਬਣਾਇਆ, ਹੱਥਾਂ ਨਾਲ ਇਹਦੇ ਵਿੱਚ ਪਾਇਆ। ਟੱਬ ਭਰਿਆ ਸੀ ਉਦੋਂ ਤੇ ਮਾਸ ਸੀ, ਪਰ ਹੁਣ ਕੀ ਬਣ ਗਿਆ ਵੇਖ ਕੇ ਬੜੀ ਹੈਰਾਨੀ ਹੁੰਦੀ ਹੈ। ਲਗ ਲਗ ਸੂਕਰ ਨਿਕਸੇ ਘਨੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਉਸ ਟੱਬ ਦੇ ਵਿੱਚੋਂ ਮਾਸ ਨਹੀਂ ਨਿਕਲਿਆ। ਬਣਾ ਕੇ ਮਾਸ ਜ਼ਰੂਰ ਲਿਆਏ ਸਨ ਪਰ ਨਿਕਲਿਆ ਨਹੀਂ। ਕੀ ਨਿਕਲਿਆ? ਕਹਿੰਦੇ ਨਿੱਕੇ ਨਿੱਕੇ ਸੂਰ ਵਿੱਚੋਂ ਨਿਕਲੇ ਜਿਉਂਦੇ।
ਜਿਉਂਦੇ ਸੂਰ ਉਸ ਟੱਬ ਦੇ ਵਿੱਚ ਜਿਹੜਾ ਭਰ ਕੇ ਲਿਆਇਆ ਆਪਣੇ ਵੱਲੋਂ ਮਾਸ ਦਾ ਵੀ ਖਵਾਉਂਦੇ ਆ, ਉਹਦੇ ਵਿੱਚੋਂ ਨਿੱਕੇ ਨਿੱਕੇ ਸੂਰ ਦੇ ਬੱਚੇ ਜਿਹੜੇ ਨੇ ਉਹ ਨਿਕਲੇ ਹਨ। ਘੁਰ ਘੁਰ ਸ਼ਬਦ ਅਧਿਕ ਹੀ ਭਨੇ। ਤੇ ਉਹ ਜਿਵੇਂ ਬੋਲਦਾ ਹੈ ਨਾ ਸੂਰ, ਘੁਰ ਘੁਰ ਦੀ ਆਵਾਜ਼ ਕਰਦਾ, ਘੂੰ ਘੂੰ ਦੀ ਆਵਾਜ਼ ਕਰਦਾ, ਕਹਿੰਦੇ ਉਹ ਨਿੱਕੇ ਨਿੱਕੇ ਸੂਰ ਦੇ ਬੱਚੇ ਘੂੰ ਘੂੰ ਦੀ ਆਵਾਜ਼, ਘੁਰ ਘੁਰ ਦੀ ਆਵਾਜ਼ ਕਰਦੇ ਹਨ। ਉਹ ਮੇਂਢਕ ਸਮ ਨਿਕਸੈ ਬਾਹਰ। ਨਿੱਕੇ ਨਿੱਕੇ ਨੇ, ਜਿਵੇਂ ਡੱਡੂ ਹੁੰਦਾ ਨਾ, ਡੱਡੂ ਦੇ ਵਾਂਗ ਨਿੱਕੇ ਨਿੱਕੇ ਸੂਰ ਦੇ ਬੱਚੇ ਉਹ ਟੱਬ ਦੇ ਵਿੱਚੋਂ ਛਾਲਾਂ ਮਾਰ ਮਾਰ ਕੇ ਬਾਹਰ ਨੂੰ ਨਿਕਲਦੇ ਪਏ ਹਨ। ਆਂਧ ਦੇਗਚ ਦੌਰਚ ਜ਼ਹਰ। ਤੇ ਵੇਖਿਆ ਜਾਂਦਾ ਹੁਣ ਉਹ ਜਿਹੜਾ ਦੇਗਚਾ ਫੜਿਆ ਸੀ ਨਾ, ਉਹਦੇ ਵਿੱਚੋਂ ਡੱਡੂ ਦੇ ਵਾਂਗ ਟੱਪ ਕੇ ਟਪੂਸੀ ਮਾਰ ਕੇ ਬਾਹਰ ਨਿਕਲਦੇ ਤੇ ਭੱਜੇ ਫਿਰਦੇ। ਉਹ ਮੁਸਲਮਾਨਾਂ ਦੇ ਪੈਰਾਂ ਵਿੱਚ ਉਹ ਜਿਹੜੇ 8-10 ਸਿਪਾਹੀ ਨੇ, 2-4 ਵਜ਼ੀਰ ਨੇ, ਉਹਨਾਂ ਦੇ ਪੈਰਾਂ ਵਿੱਚ ਇੱਧਰ ਉੱਧਰ ਨੂੰ ਨਿੱਕੇ ਨਿੱਕੇ ਸੂਰ ਦੇ ਬੱਚੇ ਦੌੜੇ ਫਿਰਦੇ ਹਨ। ਉਹ ਤਿਸਤੇ ਦੀਰਘ ਨਿਕਸੰਤੇ। ਕਹਿਣ ਲੱਗੇ ਵੀ ਕੋਈ ਤੇ ਛੋਟੇ ਨੇ ਡੱਡੂ ਦੇ ਵਾਂਗ, ਕੁਝ ਥੋੜੇ ਜਿਹੇ ਵੱਡੇ ਨੇ ਆਕਾਰ ਦੇ, ਇਸ ਤਰ੍ਹਾਂ ਦੇ ਨਿਕਲੇ ਹਨ। ਮੁਖਕ ਸਮਸਰ ਫਿਰਤ ਬੁਲੰਤੇ। ਕਹਿਣ ਲੱਗੇ ਵੀ ਇਹ ਮੂਖਕ ਸਮਸਰ। ਸੋ ਮੂਖਕ ਤੋਂ ਭਾਵ ਹੈ ਚੂਹੇ ਜਿੱਡੇ, ਚੂਹਾ ਜਿੱਡਾ ਮੋਟਾ ਚੂਹਾ ਨਾ, ਮੋਟੇ ਚੂਹੇ ਦੇ ਵਾਂਗ ਕੁਝ ਸੂਰ ਦੇ ਬੱਚੇ ਮੋਟੇ ਨੇ, ਕੋਈ ਤੇ ਡੱਡੂ ਵਾਂਗ ਛੋਟੇ ਸਨ, ਪਰ ਕੁਝ ਚੂਹੇ ਦੇ ਵਾਂਗ ਮੋਟੇ ਜਿਹੜੇ ਸੂਰ ਨੇ, ਕਹਿੰਦੇ ਉੱਥੇ ਭੱਜੇ ਫਿਰਦੇ ਹਨ। ਉਹ ਤਿਸਤੇ ਭੀ ਬੜੇ ਦਸੰਤੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਇਹ ਤੇ ਛੋਟਿਆਂ ਦੀ ਗਿਣਤੀ ਹੈ, ਪਰ ਕੁਝ ਇਹਦੇ ਨਾਲੋਂ ਵੀ ਵੱਡੇ ਸਨ। ਕਿੱਡੇ ਕੁ ਵੱਡੇ ਸਨ ਉਹ ਆਪਾਂ ਨੂੰ ਦੱਸਦੇ ਹਨ। ਜਿਮ ਮੰਜਾਰ ਬਚਾ ਚਪਲੰਤੇ। ਮੰਜਾਰ ਨਾਮ ਗੁਰਮੁਖੋ ਬਿੱਲੇ ਦਾ, ਜਿਵੇਂ ਬਿੱਲੇ ਦੇ ਬਲੂੰਗੜੇ, ਬਿੱਲੀ ਦੇ ਬਲੂੰਗੜੇ ਹੁੰਦੇ ਨਾ, ਬੱਚੇ ਹੁੰਦੇ। ਕੁਝ ਸੂਰ ਵਿੱਚੋਂ ਇੰਨੇ ਆਕਾਰ ਦੇ ਸਨ ਕਿ ਡੱਡੂ ਜਿੱਡੇ ਸਨ, ਕੁਝ ਇੰਨੇ ਆਕਾਰ ਦੇ ਥੋੜ੍ਹੇ ਜਿਹੇ ਵੱਡੇ ਸਨ ਕਿ ਚੂਹੇ ਜਿੱਡੇ ਸਨ, ਤੇ ਕੁਝ ਉਸ ਤੋਂ ਵੀ ਥੋੜ੍ਹੇ ਜਿਹੇ ਵੱਡੇ ਨੇ, ਬਿੱਲੀ ਦੇ ਬਲੂੰਗੜੇ ਵਾਂਗ, ਬਿੱਲੀ ਦੇ ਬੱਚੇ ਵਾਂਗ। ਇੰਨੇ ਸੂਰ ਜਿਹੜੇ ਨੇ ਉਸ ਟੱਬ ਦੇ ਵਿੱਚੋਂ ਛਾਲਾਂ ਮਾਰ ਮਾਰ ਕੇ ਬਾਹਰ ਨਿਕਲਦੇ ਹਨ। ਕੇਤਕ ਸਮੰਜਾਰ ਭਏ। ਤੇ ਕਹਿਣ ਲੱਗੇ ਕਈ ਉਸ ਤੋਂ ਵੀ ਵੱਡੇ ਨੇ, ਬਿੱਲੀ ਦੇ ਵਾਂਗ ਜਾਂ ਬਿੱਲੇ ਦੇ ਵਾਂਗ ਕਈ ਵੱਡੇ ਨੇ ਜਿਹੜੇ ਫੜੇ ਨਹੀਂ ਜਾ ਸਕਦੇ। ਕੁਝ ਇੰਨੇ ਆਕਾਰ ਦੇ ਵੀ ਸੂਰ ਜਿਹੜੇ ਨੇ ਉਹਦੇ ਵਿੱਚੋਂ ਨਿਕਲੇ ਹਨ। ਨਿਕਸ ਨਿਕਸ ਗਨ ਵਹਿਰ ਗਏ ਹਨ। ਤੇ ਕਹਿਣ ਲੱਗੇ ਵੀ ਟੱਬ ਵਿੱਚੋਂ ਮਾਰ ਮਾਰ ਕੇ ਛਾਲਾਂ, ਉਹ ਜਿਹੜਾ ਬਣਾ ਕੇ ਲਿਆਂਦਾ ਸੀ ਵੱਡਾ ਭਾਂਡਾ ਮਾਸ ਦਾ ਤਿਆਰ ਕਰਕੇ, ਉਹਦੇ ਵਿੱਚੋਂ ਛਾਲਾਂ ਮਾਰ ਮਾਰ ਕੇ ਉਹ ਸੂਰ ਦੇ ਬੱਚੇ ਬਾਹਰ ਨਿਕਲੇ, ਇੱਧਰ ਉੱਧਰ ਨੂੰ ਸਾਰੇ ਥਾਵਾਂ ਤੇ ਭੱਜੇ ਫਿਰਦੇ ਹਨ। ਕਾਰੇ ਕਬਰੇ ਬਿਸਤ ਬਿਸਾਲੇ। ਕਹਿਣ ਲੱਗੇ ਕਿਸੇ ਦਾ ਰੰਗ ਕਾਲਾ ਹੈ ਅਤੇ ਕਿਸੇ ਦਾ ਰੰਗ ਕਹਿਣ ਲੱਗੇ ਉਸ ਵੇਲੇ ਡੱਬ ਖੜੱਬਾ ਜਿਹਾ। ਇਹ ਸੂਰ ਦੇ ਬੱਚੇ ਕੁਝ ਕਾਲੇ ਰੰਗ ਦੇ, ਕੁਝ ਡੱਬ ਖੜੱਬੇ ਦੇ ਵਿੱਚ ਹੀ ਚਿੱਟਾ, ਵਿੱਚ ਹੀ ਕਾਲਾ ਰਲਿਆ ਮਿਲਿਆ ਜਿਹਾ, ਇਸ ਤਰ੍ਹਾਂ ਦੇ ਧੱਬੇ ਬਣੇ ਹੋਏ ਇਹਨਾਂ ਦੇ ਪਿੰਡੇ ਦੇ ਉੱਪਰ ਇਸ ਤਰ੍ਹਾਂ ਦੇ ਸੂਰ ਦੇ ਬੱਚੇ ਨਿਕਲੇ ਹਨ। ਇੰਗਟ ਮੁਖ ਜਨ ਇਤੁੱਤ ਚਾਲੇ। ਤੇ ਕਹਿਣ ਲੱਗੇ ਵੀ ਇਹਨਾਂ ਦੇ ਮੂੰਹ ਜਿਹੜੇ ਨਾ ਹਿਲਦੇ ਨੇ ਜਦੋਂ ਇੱਧਰ ਉੱਧਰ ਨੂੰ ਚੱਲਦੇ ਨੇ, ਨਾਲੇ ਆਪਣਾ ਮੂੰਹ ਖੋਲਦੇ ਨੇ, ਕਦੇ ਮੂੰਹ ਬੰਦ ਕਰਦੇ ਨੇ, ਇਸ ਤਰ੍ਹਾਂ ਆਪਣੇ ਮੂੰਹ ਨੂੰ ਖੋਲ ਖੋਲ ਕੇ ਦਿਖਾਉਂਦੇ ਹਨ। ਲਾਗੂ ਲਾਂਗੁਲ ਕੋ ਬਹੁਤ ਡੁਲਾਵੇ। ਨਿੱਕੀਆਂ ਨਿੱਕੀਆਂ ਇਹਨਾਂ ਦੀਆਂ ਪੂਛਾਂ ਨੇ, ਜਦੋਂ ਆਕਾਰ ਹੀ ਛੋਟਾ ਜਿਹਾ ਹੁਣੇ ਤੇ ਜੰਮੇ ਨੇ ਤੇ ਪੂਛ ਵੀ ਤੇ ਨਿੱਕੀ ਜੀ ਹੋਵੇਗੀ, ਨਿੱਕੀਆਂ ਨਿੱਕੀਆਂ ਪੂਛਾਂ ਨੂੰ ਨਾਲੇ ਹਿਲਾਉਂਦੇ ਨੇ, ਇੱਧਰ ਉੱਧਰ ਨੂੰ ਪੂਛ ਘਮਾਉਂਦੇ ਨੇ, ਨਾਲੇ ਭੱਜੇ ਫਿਰਦੇ ਸਾਰੇ ਕੈਦਖਾਨੇ ਦੇ ਵਿੱਚ, ਸਾਰੀ ਜੇਲ੍ਹ ਵਿੱਚ ਦੌੜੇ ਫਿਰਦੇ ਹਨ। ਕਾਨ ਸੰਕੋਚੈ ਤਹਾਂ ਭਰਮਾਵੇ। ਤੇ ਆਪਣੇ ਜਿਹੜੇ ਕੰਨ ਨੇ ਉਹਨਾਂ ਨੂੰ ਸੰਕੋਚ ਕੇ, ਕੰਨ ਇਕੱਠੇ ਕਰਕੇ, ਨਿੱਕੇ ਜਿਹੇ ਕੰਨ ਕਰਕੇ ਤੇ ਉੱਥੇ ਉੱਥੇ ਦੌੜਦੇ ਹਨ। ਭਏ ਭੂਰ ਭੈ ਭੀਤ ਸੋ ਤੇ ਭਾਜੈ। ਕਹਿੰਦੇ ਵੀ ਇਸ ਤਰ੍ਹਾਂ ਬਹੁਤੇ ਸੂਰ ਇਕੱਠੇ ਹੋ ਗਏ ਤੇ ਡਰ ਡਰ ਕੇ ਭੱਜਦੇ ਨੇ। ਟੱਬ ਦੇ ਵਿੱਚੋਂ ਇੰਨੇ ਸੂਰ ਨਿਕਲੇ ਵੀ ਉਹ ਸਾਰੀ ਥਾਂ ਹੀ ਭਰ ਗਈ, ਪਰ ਵੇਖ ਵੇਖ ਕੇ ਉਹ ਡਰ ਡਰ ਕੇ ਸੂਰ ਦੇ ਬੱਚੇ ਇੱਧਰ ਉੱਧਰ ਨੂੰ ਦੌੜਦੇ ਹਨ। ਨਿਕਸ ਨਿਕਸ ਗਮਨੈ ਦਰਵਾਜੇ। ਤੇ ਜਿਹੜਾ ਦਰਵਾਜ਼ਾ ਸੀ ਨਾ ਜਿਹਦੇ ਵਿੱਚੋਂ ਦੀ ਅੰਦਰ ਆਉਣਾ, ਉਸ ਦਰਵਾਜ਼ੇ ਦੇ ਵਿੱਚੋਂ ਉਹ ਸੂਰ ਦੇ ਬੱਚੇ ਜਿਹੜੇ ਬਾਹਰ ਜਾ ਰਹੇ ਹਨ। ਤੁਰਕਨ ਕੇ ਪੈਰਨ ਵਿੱਚ ਦੌਰੇ। ਤੇ ਕਹਿਣ ਲੱਗੇ ਜਿਹੜੇ ਮੁਗਲ ਨੇ ਨਾ, ਮੁਸਲਮਾਨ ਵਜ਼ੀਰ ਤੇ ਸਿਪਾਹੀ, ਇਹਨਾਂ ਦੇ ਪੈਰਾਂ ਦੇ ਉੱਪਰ ਹੀ ਚੜੇ ਫਿਰਦੇ। ਕੋਈ ਇਹਨਾਂ ਦੇ ਝੋਲੀ ਦੇ ਵਿੱਚ ਆ ਕੇ ਛਾਲ ਮਾਰ ਕੇ ਬੈਠ ਗਿਆ, ਕੋਈ ਪੈਰਾਂ ਵਿੱਚੋਂ, ਕੋਈ ਲੱਤਾਂ ਵਿੱਚੋਂ ਇੱਧਰ ਉੱਧਰ ਨੂੰ ਭੱਜੇ ਫਿਰਦੇ ਹਨ। ਪਰਵਸ਼ੇ ਜਾਏ ਬਸਨ ਨਿਸ ਠੌਰੇ। ਤੇ ਕਹਿਣ ਲੱਗੇ ਵੀ ਰਾਤ ਨੂੰ ਵਸਣ ਵਾਲੀਆਂ ਥਾਵਾਂ ਤੇ, ਸੌਣ ਵਾਲੀਆਂ ਥਾਵਾਂ ਤੇ ਜਾ ਕੇ ਉਹ ਪ੍ਰਵੇਸ਼ ਹੋ ਗਿਆ। ਜਿਵੇਂ ਜੇਲ੍ਹ ਦੇ ਵਿੱਚ ਜਗ੍ਹਾ ਬਣੀ ਹੁੰਦੀ ਨਾ ਵੀ ਇੱਥੇ ਕੈਦੀ ਨੇ ਬੈਠਣਾ, ਇੱਥੇ ਉਹਨੇ ਸੌਣਾ, ਉਹ ਜਿਹੜੀਆਂ ਸੌਣ ਵਾਲੇ ਥੜੇ ਬਣੇ ਸਨ ਉਹਨਾਂ ਉੱਪਰ ਚੜ ਗਏ ਉਹ ਜਾ ਕੇ, ਜਿਹੜੇ ਸੂਰ ਦੇ ਬੱਚੇ ਨੇ ਉਹਨਾਂ ਥਾਵਾਂ ਤੇ ਚੜ ਕੇ ਬੈਠ ਗਏ ਹਨ। ਜਹਾਂ ਬਨੈ ਖਾਣਾ ਤਿਨ ਕੇਰਾ। ਕਹਿਣ ਲੱਗੇ ਜਿੱਥੇ ਮੁਗਲਾਂ ਦਾ ਖਾਣਾ ਬਣਦਾ ਸੀ ਨਾ, ਹੁਣ ਜਿਹੜੇ ਮੁਸਲਮਾਨ ਸਿਪਾਹੀ ਉੱਥੇ ਡਿਊਟੀ ਕਰਦੇ ਉਹਨਾਂ ਦਾ ਖਾਣਾ ਵੀ ਉੱਥੇ ਜੇਲ੍ਹ ਵਿੱਚ ਬਣਦਾ। ਜਿੱਥੇ ਰਸੋਈ ਪੱਕਦੀ ਹੈ ਉਹਨਾਂ ਦੇ ਭੋਜਨ ਦੀ, ਕਹਿਣ ਲੱਗੇ ਸੂਰ ਦੇ ਬੱਚੇ ਦੌੜ ਕੇ ਉੱਥੇ ਚਲੇ ਗਏ, ਰਸੋਈ ਦੇ ਵਿੱਚ ਭੱਜੇ ਫਿਰਦੇ ਹਨ। ਧਾਏ ਧਾਏ ਤਹ ਕਰਤੇ ਫੇਰਾ। ਤੇ ਦੌੜੇ ਫਿਰਦੇ ਨੇ। ਹੁਣ ਉਹਨਾਂ ਨੂੰ ਫੜੇ ਕੌਣ, ਇੰਨਾ ਭੱਜਦੇ ਨੇ, ਫੜੇ ਜਾਂਦੇ ਨੇ। ਕਿਉਂਕਿ ਮੁਸਲਮਾਨ ਜਿਹੜਾ ਹੈ ਨਾ ਸੂਰ ਨੂੰ ਬੜਾ ਪਲੀਤ ਮੰਨਦਾ, ਬੜਾ ਗੰਦਾ ਮੰਨਦਾ, ਬੜਾ ਮਾੜਾ ਮੰਨਦਾ।
ਇਸ ਕਰਕੇ ਮੁਸਲਮਾਨ ਜਿਹੜੇ ਨੇ ਸੂਰ ਦਾ ਨਾਂ ਲੈਣਾ ਵੀ ਚੰਗਾ ਨਹੀਂ ਸਮਝਦੇ, ਪਰ ਉਹ ਅੱਜ ਜਿਹੜੇ ਸੂਰ ਨੇ ਇਹਨਾਂ ਦੀ ਰਸੋਈ ਵਿੱਚ ਬੜੇ ਫਿਰਦੇ, ਰਸੋਈ ਵਿੱਚ ਭੱਜੇ ਫਿਰਦੇ, ਕਦੇ ਇਹਨਾਂ ਦੇ ਖਾਣ ਵਾਲੀਆਂ ਚੀਜ਼ਾਂ ਨੂੰ ਮੂੰਹ ਲਾਉਂਦੇ ਨੇ, ਕਦੇ ਛਾਲ ਮਾਰ ਕੇ ਇਹਨਾਂ ਦੀ ਝੋਲੀ ਵਿੱਚ ਬਹਿ ਜਾਂਦੇ, ਕਦੇ ਲੱਤਾਂ ਵਿੱਚੋਂ ਭੱਜੇ ਫਿਰਦੇ। ਐਸੀ ਇਹਨਾਂ ਦੀ ਹਾਲਤ ਹੋਈ ਤਿਨ ਕੇ ਹੈ। ਬਾਸਨ ਕੋ ਮੁਖ ਲਾਏ। ਹੁਣ ਸੂਰ ਨੂੰ ਅਪਵਿੱਤਰ ਜਾਣ ਕੇ ਮੁਸਲਮਾਨ ਉਹਦਾ ਨਾਮ ਹੀ ਨਹੀਂ ਲੈਂਦਾ ਹੈ, ਪਰ ਉਹ ਜਿਹੜੇ ਸੂਰ ਦੇ ਬੱਚੇ ਸਨ, ਜਿੱਥੇ ਇਹਨਾਂ ਨੇ ਆਪਣੇ ਭਾਂਡੇ ਰੱਖੇ ਸਨ ਰੋਟੀ ਪਾਣੀ ਖਾਣ ਵਾਲੇ, ਉਹ ਭੱਜ ਭੱਜ ਕੇ ਕਦੇ ਪਤੀਲੇ ਵਿੱਚ ਵੜ ਜਾਂਦੇ, ਕਦੇ ਭੱਜ ਕੇ ਚੁੱਲ੍ਹੇ ਵਿੱਚ ਚਲੇ ਜਾਂਦੇ, ਕਦੇ ਕੱਪ ਨੂੰ, ਕਦੇ ਗਲਾਸ ਨੂੰ, ਕਦੇ ਬਾਟੇ ਨੂੰ, ਕਦੇ ਡੋਣੇ ਨੂੰ। ਉਹਨਾਂ ਨੇ ਸਾਰਿਆਂ ਥਾਵਾਂ 'ਤੇ ਪੂਛਾਂ ਵੀ ਲਾ ਦਿੱਤੀਆਂ, ਆਪਣੇ ਮੂੰਹ ਵੀ ਲਾ ਦਿੱਤੇ, ਸਾਰੇ ਭਾਂਡੇ ਹੀ ਗੰਦੇ ਕਰ ਦਿੱਤੇ। ਐਸੀ ਹਾਲਤ ਬਣ ਗਈ। ਦੌੜ ਦੌੜ ਦਰ ਕਰ ਦੀਏ ਰੁੜਾਏ। ਕਹਿਣ ਲੱਗੇ ਵੀ ਦੌੜ ਦੌੜ ਕੇ ਜਿਹੜੇ ਭਾਂਡੇ ਮੂਧੇ ਮਾਰੇ ਸਨ ਉਹ ਵੀ ਇਹਨਾਂ ਨੇ ਛਾਲਾਂ ਮਾਰ ਮਾਰ ਕੇ ਥੱਲੇ ਸੁੱਟ ਦਿੱਤੇ। ਜਿਨ੍ਹਾਂ ਭਾਂਡਿਆਂ ਵਿੱਚ ਦੁੱਧ ਪਾਇਆ, ਕਿਸੇ ਭਾਂਡੇ ਵਿੱਚ ਕੋਈ ਸਬਜ਼ੀ ਭਾਜੀ ਪਾਈ ਹੈ, ਕਿਸੇ ਭਾਂਡੇ ਵਿੱਚ ਕੋਈ ਪਾਣੀ ਜਾਂ ਹੋਰ ਕੋਈ ਚੀਜ਼ ਪਾਈ ਹੈ, ਉਹ ਵੀ ਸਾਰੇ ਇਹਨਾਂ ਨੇ ਮੂਧੇ ਕਰ ਕਰਕੇ ਉੱਤੋਂ ਥੱਲੇ ਸੁੱਟ ਕੇ ਤੇ ਉਹ ਸਾਰੇ ਵਿਗਾੜ ਦਿੱਤੇ ਹਨ। ਜਲ ਕੋ ਜਾਏ ਸਪਰ ਸਹਿ ਅੰਗ। ਤੇ ਜਿਹੜਾ ਪਾਣੀ ਸੀ ਨਾ ਪੀਣ ਵਾਲਾ, ਉਹ ਪਾਣੀ ਦੇ ਭਰੇ ਹੋਏ ਵੱਡੇ ਵੱਡੇ ਉੱਥੇ ਪਏ ਹੋਏ ਨੇ ਟੱਬ, ਵੱਡੇ ਵੱਡੇ ਘੜੇ ਪਾਣੀ ਦੇ ਭਰੇ ਹੋਏ, ਉਹ ਸੂਰਾਂ ਨੇ ਜਾ ਕੇ ਉਸ ਪਾਣੀ ਵਿੱਚ ਹੀ ਛਾਲਾਂ ਮਾਰ ਦਿੱਤੀਆਂ, ਨਾਲੇ ਪਾਣੀ ਪੀਂਦੇ ਨਾਲੇ ਉਸ ਪਾਣੀ ਨੂੰ ਗੰਦਿਆਂ ਕਰ ਦਿੱਤਾ। ਕਹਿੰਦੇ ਐਸੀ ਹਾਲਤ ਇਹਨਾਂ ਸੂਰਾਂ ਨੇ ਉਸ ਵੇਲੇ ਮੁਗਲ ਸਿਪਾਹੀਆਂ ਦੀ ਕਰ ਦਿੱਤੀ ਹੈ। ਸ਼ੁਭੇ ਤੈਨੂੰ ਕੇ ਬਸਤਰਨ ਸੰਗ। ਤੇ ਇਹ ਹੁਣ ਮੁਸਲਮਾਨ ਸੂਰ ਨੂੰ ਬੜਾ ਪਵਿੱਤਰ ਤੇ ਮਾੜਾ ਸਮਝਦਾ ਹੈ, ਪਰ ਸੂਰ ਇਹਨਾਂ ਦੇ ਕੱਪੜਿਆਂ ਨੂੰ ਮੂੰਹ ਵਿੱਚ ਪਾਈ ਫਿਰਦੇ, ਕਿਸੇ ਦੀ ਧੋਤੀ ਨੂੰ ਮੂੰਹ ਵਿੱਚ ਪਾਇਆ ਹੋਇਆ, ਕਿਸੇ ਦੇ ਕੁੜਤੇ ਨੂੰ ਇਹਨਾਂ ਨੇ ਮੂੰਹ ਲਾ ਦਿੱਤਾ ਹੈ। ਸੋ ਇਸ ਤਰ੍ਹਾਂ ਆਪਣੇ ਮੂੰਹ ਲਾ ਲਾ ਕੇ ਇਹਨਾਂ ਦੇ ਕੱਪੜੇ ਜਿਹੜੇ ਸਨ ਉਹ ਵੀ ਪਲੀਤ ਕਰ ਦਿੱਤੇ ਹਨ। ਸ਼ਸਤਰਨ ਸਾਥ ਸਪਰ ਸਹਿ ਦੇਹੀ। ਜਿਹੜੇ ਸ਼ਸਤਰ ਗਲ ਵਿੱਚ ਪਾਏ ਨੇ, ਹੁਣ ਕਿਸੇ ਮੁਗਲ ਨੇ ਬਰਛਾ ਫੜਿਆ ਹੋਇਆ, ਕਿਸੇ ਨੇ ਤਲਵਾਰ ਫੜੀ ਹੋਈ ਹੈ, ਕਿਸੇ ਨੇ ਹੋਰ ਕੋਈ ਸ਼ਸਤਰ ਫੜਿਆ। ਇਹ ਜਿਹੜੇ ਸੂਰ ਨੇ ਕਿਸੇ ਦੀ ਤਲਵਾਰ ਨੂੰ ਮੂੰਹ ਲਾਈ ਜਾਂਦੇ, ਕਿਸੇ ਦੇ ਬਰਛੇ ਦੇ ਛੋਟੇ ਨੂੰ ਮੂੰਹ ਲਾਈ ਜਾਂਦੇ, ਕਿਸੇ ਦੇ ਇਸੇ ਤਰ੍ਹਾਂ ਢਾਲ ਨੂੰ ਇਹਨਾਂ ਨੇ ਮੂੰਹ ਵਿੱਚ ਪਾ ਲਿਆ। ਇਹਨਾਂ ਦੇ ਸ਼ਸਤਰ ਵੀ ਉਹਨਾਂ ਨੇ ਗੰਦੇ ਕਰ ਦਿੱਤੇ, ਮੂੰਹ ਲਾ ਲਾ ਕੇ ਅਪਵਿੱਤਰ ਕਰ ਦਿੱਤੇ, ਭ੍ਰਿਸ਼ਟ ਕਰ ਦਿੱਤੇ ਹਨ। ਘੁਰ ਘੁਰ ਕਰਤ ਫਿਰਤ ਜਹ ਕੇਰੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਸੂਰਾਂ ਨੇ ਤੇ ਬਹੁਤਾ ਹੀ ਜਲੂਸ ਕੱਢ ਦਿੱਤਾ ਇਹਨਾਂ ਮੁਗਲਾਂ ਦਾ। ਘੁਰ ਘੁਰ ਕਰਦਿਆਂ ਹੋਇਆਂ, ਆਪਣੀ ਆਵਾਜ਼ ਕੱਢਦਿਆਂ ਹੋਇਆਂ ਇਹ ਜਿਹੜੇ ਸੂਰ ਨੇ ਇੱਧਰ ਉੱਧਰ ਸਾਰਿਆਂ ਥਾਵਾਂ 'ਤੇ, ਵਿਹੜੇ ਦੇ ਵਿੱਚ, ਰਸੋਈ ਦੇ ਵਿੱਚ, ਜੇਲ੍ਹ ਦੇ ਵਿੱਚ, ਸੌਣ ਵਾਲੀ ਥਾਂ 'ਤੇ, ਉੱਠਣ ਵਾਲੀ ਥਾਂ 'ਤੇ, ਬੈਠਣ ਵਾਲੀ ਥਾਂ 'ਤੇ, ਸਾਰਿਆਂ ਥਾਵਾਂ 'ਤੇ ਬੈਠ ਬੈਠ ਕੇ ਇਹਨਾਂ ਨੇ ਥਾਂ ਸਾਰਾ ਗੰਦਾ ਕਰ ਦਿੱਤਾ ਹੈ। ਕਾਰਾਗ੍ਰਹਿ ਮੈਂ ਸਭ ਸਥਾਨ। ਕਾਰਾਗ੍ਰਹਿ ਜੇਲ੍ਹ ਦੇ ਵਿੱਚ, ਕੈਦਖਾਨੇ ਵਿੱਚ, ਸਾਰਿਆਂ ਥਾਵਾਂ ਤੇ ਉਹ ਕੁਝ ਹੀ ਹੁੰਦਾ ਪਿਆ। ਸੂਰਾਂ ਨੇ ਸਾਰਿਆ ਕੁਝ ਹੀ ਮਲੀਨ ਤੇ ਝੂਠਾ ਕਰ ਦਿੱਤਾ। ਦੌੜੈ ਫਿਰੈ ਸੋ ਤਰਾਸ ਮਹਾਨ। ਦੌੜਦੇ ਨੇ, ਭੱਜਦੇ ਨੇ, ਡਰਦੇ ਵੀ ਨੇ, ਕਿਉਂਕਿ ਬੱਚੇ ਛੋਟੇ ਨੇ। ਸਿਪਾਹੀਆਂ ਨੂੰ ਵੇਖ ਕੇ ਡਰ ਡਰ ਕੇ ਭੱਜਦੇ ਨੇ, ਪਰ ਭੱਜ ਭੱਜ ਕੇ ਸਗੋਂ ਕੰਮ ਵਿਗਾੜਦੇ ਨੇ, ਬਣਾਉਂਦੇ ਕੋਈ ਨਹੀਂ ਪਏ। ਪਾਣੀ ਝੂਠਾ ਕਰ ਦਿੱਤਾ, ਦੁੱਧ ਨੂੰ ਮੂੰਹ ਲਾ ਦਿੱਤਾ, ਭਾਂਡਿਆਂ ਨੂੰ ਮੂੰਹ ਲਾ ਦਿੱਤਾ, ਆਟੇ ਵਿੱਚ ਛਾਲਾਂ ਮਾਰ ਦਿੱਤੀਆਂ। ਬਹੁਤ ਜ਼ਿਆਦਾ ਨੁਕਸਾਨ ਇਹ ਜਿਹੜੇ ਸੂਰ ਦੇ ਬੱਚੇ ਨਿਕਲੇ ਨਾ ਭਾਂਡੇ ਦੇ ਵਿੱਚੋਂ, ਐਸੀ ਹਾਲਤ ਕੀਤੀ ਹੈ। ਕਾਚੋ ਪਾਕੋ ਅੰਨ ਜਿਤੇਕ। ਜਿੰਨਾ ਵੀ ਰਸੋਈ ਵਿੱਚ ਅੰਨ ਪਿਆ ਹੋਇਆ, ਭਾਵੇਂ ਉਹ ਕੱਚਾ ਤੇ ਭਾਵੇਂ ਪੱਕਾ, ਕੱਚਾ ਅੰਨ ਵੀ ਮੂੰਹ ਲਾ ਕੇ ਇਹਨਾਂ ਨੇ ਗਵਾ ਦਿੱਤਾ, ਭ੍ਰਿਸ਼ਟ ਕਰ ਦਿੱਤਾ। ਜਿਹੜਾ ਪੱਕਿਆ ਹੋਇਆ ਅੰਨ ਸੀ ਰਸੋਈ ਵਿੱਚ, ਉਹਨੂੰ ਵੀ ਮੂੰਹ ਲਾ ਕੇ ਖਰਾਬ ਕਰ ਦਿੱਤਾ। ਕੱਚਾ ਅੰਨ ਵੀ ਖਰਾਬ, ਪੱਕਾ ਅੰਨ ਵੀ ਖਰਾਬ, ਐਸੀ ਹਾਲਤ ਬਣੀ ਹੈ। ਤਿਸ ਮੁਖ ਲਾਵੇ ਖਾਏ ਜਿਤੇਕ। ਤੇ ਜਿਹੜੀਆਂ ਚੀਜ਼ਾਂ ਖਾਣ ਵਾਲੀਆਂ ਉਹਨਾਂ ਨੂੰ ਇਹਨਾਂ ਸੂਰਾਂ ਦੇ ਬੱਚਿਆਂ ਨੇ ਮੂੰਹ ਲਾ ਲਾ ਕੇ ਭ੍ਰਿਸ਼ਟ ਬਣਾ ਦਿੱਤਾ ਹੈ। ਉਹ ਕਾਰਾਗ੍ਰਹਿ ਤਜੈ ਪਲਾਈ। ਤੇ ਕਹਿਣ ਲੱਗੇ ਹੁਣ ਉਹ ਜਿਹੜੇ ਸਿਪਾਹੀ ਨੇ ਨਾ, ਸੂਰਾਂ ਤੋਂ ਡਰਦੇ ਆ ਵੀ ਸਾਨੂੰ ਨਾ ਕਿਤੇ ਗੰਦਾ ਕਰ ਦੇਣ, ਛਾਲਾਂ ਮਾਰ ਮਾਰ ਕੇ ਜਿਹੜੇ ਸਿਪਾਹੀ ਨੇ ਆਪ ਭੱਜ ਭੱਜ ਕੇ ਬਾਹਰ ਨੂੰ ਜਾਂਦੇ ਵੀ ਇਹ ਸੂਰ ਦੇ ਬੱਚੇ ਸਾਡੇ ਨੇੜੇ ਨਾ ਆਉਣਾ ਕਰਨ। ਗੀਚ ਬਾਜ਼ਾਰ ਫਿਰੈ ਉਤਲਾਈ। ਤੇ ਕੁਝ ਸੂਰ ਦੇ ਬੱਚੇ ਬਾਜ਼ਾਰ ਦੇ ਵਿੱਚ ਭੱਜੇ ਫਿਰਦੇ, ਗਲੀਆਂ ਵਿੱਚ ਭੱਜਣ ਲੱਗ ਪਏ, ਕਿਉਂਕਿ ਗਿਣਤੀ ਬਹੁਤੀ ਹੈ ਨਾ, ਬਹੁਤੀ ਗਿਣਤੀ ਦੇ ਹੋਣ ਕਰਕੇ ਬਾਜ਼ਾਰ ਦੇ ਵਿੱਚ ਇੱਧਰ ਉੱਧਰ ਨੂੰ ਦੌੜੇ ਫਿਰਦੇ ਹਨ। ਤੌਬਾ ਤੌਬਾ ਤੁਰਕ ਕਰਨ ਤੇ ਇਹ ਜਿਹੜੇ ਤੁਰਕ ਨੇ, ਮੁਗਲ ਜਿੰਨੇ ਉੱਥੇ ਪਹਿਰੇਦਾਰ ਸਨ, ਜਿੰਨੇ ਸਿਪਾਹੀ ਸਨ, ਜਿੰਨੇ ਵਜ਼ੀਰ ਸਨ, ਜਾਂ ਜਿਨ੍ਹਾਂ ਮੁਗਲਾਂ ਦੀਆਂ ਦੁਕਾਨਾਂ ਸਨ ਗਲੀ ਦੇ ਵਿੱਚ, ਬਾਜ਼ਾਰ ਦੇ ਵਿੱਚ, ਸਾਰੇ ਕਹਿੰਦੇ ਹਾਏ ਤੌਬਾ, ਹਾਏ ਤੌਬਾ, ਇਹ ਕੀ ਹੋਇਆ, ਇਹ ਕੀ ਹੋਇਆ ਹੈ। ਇਹ ਸੂਰ ਦੇ ਬੱਚਿਆਂ ਨੇ ਇੰਨਾ ਉੱਥੇ ਕਹਿਣ ਲੱਗੇ ਵੀ ਸਮਾਨ ਖਰਾਬ ਕੀਤਾ, ਉਥਲ ਪੁਥਲ ਕੀਤੀ ਹੈ, ਵੀ ਮੁਗਲਾਂ ਨੂੰ ਤੌਬਾ ਤੌਬਾ ਕਰਨਾ ਪੈ ਗਿਆ। ਐਸੀ ਹਾਲਤ ਬਣ ਗਈ। ਕਿਆ ਹੋਇਓ ਕੁਛ ਨਾਹੇ ਜਨੰਤੇ। ਕਹਿੰਦੇ ਕੀ ਹੋ ਗਿਆ, ਕੀ ਹੋ ਗਿਆ, ਕੁਝ ਪਤਾ ਨਹੀਂ ਲੱਗਦਾ। ਇੱਕ ਦੂਜੇ ਨੂੰ ਪੁੱਛਦੇ, ਕਹਿੰਦੇ ਸੂਰ ਕਿੱਥੋਂ ਆਏ, ਉਹ ਕਹਿੰਦਾ ਮੈਨੂੰ ਨਹੀਂ ਪਤਾ। ਦੂਜਾ ਤੀਜੇ ਨੂੰ ਪੁੱਛਦਾ, ਇਹ ਸੂਰ ਦੇ ਬੱਚੇ ਕਿੱਥੋਂ ਆਏ, ਕਹਿੰਦੇ ਪਤਾ ਨਹੀਂ ਕਿੱਥੋਂ ਆਏ। ਇੱਕ ਦੂਜੇ ਨੂੰ ਪੁੱਛਦੇ ਨੇ, ਪਤਾ ਕਿਸੇ ਨੂੰ ਨਹੀਂ ਹੈ ਵੀ ਕਿੱਥੋਂ ਆਏ ਨੇ।
ਤੇ ਤੌਬਾ ਕਰਕੇ ਦੌੜਦੇ ਹਨ। ਭਏ ਨਾ ਪਾਕ ਸਕਲ ਹੀ ਰੀਤੀ। ਤੇ ਕਹਿਣ ਲੱਗੇ ਵੀ ਇਸੇ ਤਰ੍ਹਾਂ ਸਾਰੀ ਰੀਤੀ ਨਾਲ, ਸਾਰੀ ਮਰਿਆਦਾ ਨਾਲ ਸਭ ਕੁਝ ਅਪਵਿੱਤਰ ਹੋ ਗਿਆ, ਕੁਝ ਵੀ ਚੰਗੀ ਚੀਜ਼ ਨਹੀਂ ਰਹਿ ਗਈ, ਕੁਝ ਵੀ ਖਾਣ ਵਾਲੀ ਪੀਣ ਵਾਲੀ ਸਾਫ ਸੁਥਰੀ ਕੋਈ ਨਹੀਂ ਹੈ। ਸਾਰਿਆਂ ਨੂੰ ਉਹ ਸੂਰਾਂ ਨੇ ਮੂੰਹ ਲਾ ਕੇ ਤੇ ਅਪਵਿੱਤਰ ਭ੍ਰਿਸ਼ਟ ਕਰ ਦਿੱਤਾ ਹੈ। ਕਹਾਂ ਇਮਾਨ ਰਹਿਓ ਗਾ ਬੀਤੀ। ਤੇ ਉਸ ਵੇਲੇ ਸੋਚਦੇ ਨੇ, ਕਹਿੰਦੇ ਆਪਣਾ ਹੁਣ ਈਮਾਨ ਨਹੀਂ ਰਹਿ ਗਿਆ, ਆਪਣਾ ਤੇ ਈਮਾਨ ਨਾਸ਼ ਹੋ ਗਿਆ, ਕਿਉਂਕਿ ਮੁਸਲਮਾਨ ਸੂਰ ਨੂੰ ਅਪਵਿੱਤਰ ਮੰਨਦਾ ਹੈ, ਬੜਾ ਗੰਦਾ ਮੰਨਦਾ ਹੈ। ਕਹਿਣ ਲੱਗੇ ਸੂਰ ਦਾ ਤੇ ਨਾਂ ਲੈਣਾ ਮਾੜਾ ਹੈ, ਪਰ ਇਹ ਸੂਰ ਤੇ ਸਾਡੀ ਰਸੋਈ ਵਿੱਚ ਆ ਗਏ, ਸਾਡੇ ਸ਼ਸਤਰਾਂ ਨੂੰ ਮੂੰਹ ਲਾ ਗਏ, ਸਾਡੇ ਕੱਪੜਿਆਂ ਨੂੰ ਮੂੰਹ ਲਾ ਗਏ, ਸਾਡੀਆਂ ਖਾਣ ਵਾਲੀਆਂ ਚੀਜ਼ਾਂ ਨੂੰ ਵੀ ਮੂੰਹ ਲਾ ਦਿੱਤਾ ਹੈ। ਇਹ ਤੇ ਇਹਨਾਂ ਨੇ ਬੜਾ ਹੀ ਨੁਕਸਾਨ ਕੀਤਾ ਹੈ, ਸਾਰੀਆਂ ਚੀਜ਼ਾਂ ਇਹਨਾਂ ਨੇ ਅਪਵਿੱਤਰ ਕਰ ਦਿੱਤੀਆਂ, ਸਾਡਾ ਤੇ ਈਮਾਨ ਹੀ ਇਹਨਾਂ ਨੇ ਭ੍ਰਿਸ਼ਟ ਕਰ ਦਿੱਤਾ ਹੈ। ਇਸ ਤਰ੍ਹਾਂ ਇੱਕ ਦੂਜੇ ਨੂੰ ਆਖਦੇ ਹਨ। ਭੋਜਨ ਬਾਸਨ ਬਸਨ ਹਮਾਰੇ। ਜਿੰਨੇ ਭੋਜਨ ਦੇ ਭਾਂਡੇ ਸਨ, ਭੋਜਨ ਬਣਾਉਣ ਵਾਲੇ ਔਰ ਭੋਜਨ ਪਾਉਣ ਵਾਲੇ, ਜਿਨ੍ਹਾਂ ਭਾਂਡਿਆਂ 'ਚ ਆਪਾਂ ਭੋਜਨ ਛਕਦੇ ਹਾਂ, ਮੰਨ ਲਓ ਥਾਲੀ ਗਲਾਸ ਹੈ, ਉਹ ਵੀ ਜੂਠੇ ਕਰ ਦਿੱਤੇ। ਜਿਹੜੇ ਬਣਾਉਣ ਵਾਲੇ ਸਨ ਵੱਡੇ ਵੱਡੇ ਪਤੀਲੇ, ਉਹ ਵੀ ਮੂੰਹ ਲਾ ਕੇ ਇਹਨਾਂ ਸੂਰਾਂ ਨੇ ਖਰਾਬ ਕਰ ਦਿੱਤੇ। ਤੇ ਜਿਹੜਿਆਂ ਭਾਂਡਿਆਂ ਵਿੱਚ ਕੱਚੀਆਂ ਵਸਤੂਆਂ ਪਾਈਆਂ ਸਨ, ਡਰਮ ਤੇ ਆਦਿਕ, ਉਹ ਵੀ ਸਾਰੇ ਮੂੰਹ ਲਾ ਕੇ ਇਹਨਾਂ ਨੇ ਖਰਾਬ ਕਰ ਦਿੱਤੇ। ਬਦ ਛੂ ਗਏ ਫਿਰਤ ਹੀ ਸਾਰੇ। ਕਹਿਣ ਲੱਗੇ ਬਦ, ਇਹ ਐਸੇ ਭੈੜੇ ਸੂਰ ਹਨ, ਸੂਰ ਇੰਨੇ ਭੈੜੇ ਨੇ, ਇੰਨੇ ਦੁਸ਼ਟ ਤੇ ਭ੍ਰਿਸ਼ਟ ਹਨ ਵੀ ਇਹਨਾਂ ਨੇ ਸਾਰੀ ਕੋਈ ਵੀ ਚੀਜ਼ ਸਾਫ ਸੁਥਰੀ ਨਹੀਂ ਰਹਿਣ ਦਿੱਤੀ, ਸਾਰੀ ਇਹਨਾਂ ਨੇ ਸਾਡੀ ਵਿਗਾੜ ਦਿੱਤੀ ਹੈ। ਮਾਰੋ ਦੇਹੋ ਨਿਕਾਸੈ। ਤੇ ਹੁਣ ਇਹ ਮੁਗਲ ਕਹਿੰਦੇ ਮਾਰੋ ਮਾਰੋ, ਡੰਡਾ ਲੈ ਕੇ ਆਓ, ਸੋਟਾ ਲੈ ਕੇ ਆਓ, ਰੋੜਾ ਇੱਟਾ ਲੈ ਕੇ ਆਓ, ਮਾਰੋ ਇਹ ਸੂਰ ਦੇ ਬੱਚਿਆਂ ਨੂੰ, ਮਾਰ ਮਾਰ ਕੇ ਭਜਾ ਦਿਓ। ਇਸ ਤਰ੍ਹਾਂ ਇੱਕ ਦੂਜੇ ਨੂੰ ਕਹਿੰਦੇ ਹਨ। ਚੌਂ ਦਿਸ ਤੁਰਕਨ ਸ਼ਬਦ ਪ੍ਰਕਾਸ਼। ਕਹਿਣ ਲੱਗੇ ਵੀ ਇਹ ਜਿਹੜੇ ਮੁਗਲ ਨੇ ਨਾ, ਚਾਰ ਚਫੇਰੇ ਗੁਰਮੁਖੋ ਰੌਲਾ ਹੀ ਪੈ ਗਿਆ, ਰੌਲਾ ਪੈ ਗਿਆ ਇਸ ਗੱਲ ਦਾ ਵੀ ਛੇਤੀ ਕਰੋ, ਇਹਨਾਂ ਸੂਰਾਂ ਦੇ ਬੱਚਿਆਂ ਨੂੰ ਮਾਰ ਕੇ ਇਥੋਂ ਭਜਾ ਦੇਣਾ ਕਰੋ, ਦੌੜਾ ਦੇਣਾ ਕਰੋ। ਦੌਰ ਤਿੰਨ ਸੰਗ ਬਿਦਾਰ। ਤੇ ਕਹਿੰਦੇ ਵੀ ਅੱਗੇ ਅੱਗੇ ਸੂਰ ਦੇ ਬੱਚੇ ਦੌੜੇ ਜਾਂਦੇ, ਮਗਰ ਮਗਰ ਮੁਗਲ ਸਿਪਾਹੀ ਭੱਜੇ ਜਾਂਦੇ ਡੰਡਾ ਲੈ ਕੇ, ਸੂਰ ਨੂੰ ਘੇਰ ਕੇ ਬਾਹਰ ਕੱਢਣ ਦਾ ਯਤਨ ਕਰਦੇ। ਸੂਰ ਦਾ ਬੱਚਾ ਦੌੜ ਕੇ ਜਾਂਦਾ ਦਰਵਾਜ਼ੇ ਦੇ ਕੋਲ, ਦਰਵਾਜ਼ੇ ਤੋਂ ਫਿਰ ਗੇੜਾ ਦੇ ਕੇ ਵਾਪਸ ਆ ਜਾਂਦਾ। ਸਿਪਾਹੀ ਥੱਕ ਗਏ ਭੱਜਦੇ ਭੱਜਦੇ ਮਗਰ, ਪਰ ਸੂਰਾਂ ਨੂੰ ਕੀ ਫਰਕ ਪੈਣਾ, ਨਿੱਕੇ ਨਿੱਕੇ ਬੱਚੇ ਨੇ, ਬਿੱਲੀ ਦੇ ਬਲੂੰਗੜੇ ਦੇ ਵਾਂਗ। ਕਹਿੰਦੇ ਵੀ ਇਸ ਤਰ੍ਹਾਂ ਸਾਰੇ ਸਿਪਾਹੀ ਇਹਨਾਂ ਦੇ ਮਗਰ ਦੌੜੇ ਫਿਰਦੇ ਹਨ। ਉਹ ਭੱਜ ਜਾਏ ਕਿਤ ਕੋ ਮਾਰੇ। ਤੇ ਕੋਈ ਤਾਂ ਸੂਰ ਦੇ ਬੱਚੇ ਤੇਜ਼ ਨੇ, ਉਹ ਭੱਜ ਜਾਂਦੇ, ਪਕੜੇ ਨਹੀਂ ਜਾਂਦੇ। ਕੁਝ ਜਿਹੜੇ ਘੱਟ ਭੱਜਦੇ ਨੇ, ਸਿਪਾਹੀ ਉਹਨਾਂ ਦੇ ਮਗਰ ਡੰਡਾ ਚਲਾਉਂਦੇ, ਰੋੜਾ ਮਾਰਦੇ। ਤੇ ਕਈ ਸੂਰ ਦੇ ਬੱਚੇ ਇਸ ਤਰ੍ਹਾਂ ਫੱਟੜ ਵੀ ਹੁੰਦੇ ਹਨ। ਕਾਰਾਗ੍ਰਹਿ ਵਿੱਚ ਰੌਰ ਮਚਿਓ। ਇਸ ਤਰ੍ਹਾਂ ਜੇਲ੍ਹ ਦੇ ਵਿੱਚ ਤੇ ਪੈ ਗਿਆ ਰੌਲਾ, ਕੈਦਖਾਨੇ ਦੇ ਵਿੱਚ, ਜਿੱਥੇ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕੈਦ ਕੀਤਾ ਹੋਇਆ ਹੈ। ਗੁਰਮੁਖੋ ਰੌਲਾ ਪੈ ਗਿਆ ਉਸ ਜਗ੍ਹਾ ਦੇ ਉੱਪਰ, ਬੜੀ ਜ਼ਿਆਦੀ ਉਸ ਵੇਲੇ ਸ਼ੋਰ ਸ਼ਰਾਬੇ ਦੀ ਆਵਾਜ਼ ਹੋਈ ਹੈ। ਉਹ ਜਨ ਭੜਥੂ ਪਾਏ ਨਚਿਓ। ਤੇ ਕਹਿਣ ਲੱਗੇ ਵੀ ਮੰਨ ਲਓ ਜਿਵੇਂ ਕੋਈ ਭੜਥੂ ਪਾ ਕੇ ਨੱਚਦਾ ਨਾ, ਕਈਆਂ ਨੂੰ ਨੱਚਣਾ ਨਹੀਂ ਆਉਂਦਾ ਹੁੰਦਾ, ਉਹਨਾਂ ਦਾ ਨੱਚਣਾ ਇੰਨਾ ਕਮਲਾ ਹੁੰਦਾ, ਆਪ ਤੇ ਨੱਚਣਾ ਨਹੀਂ, ਪਰ ਜਿਹੜਾ ਨਾਲ ਨੱਚਦਾ ਪਿਆ ਨਾ, ਉਹਦੇ ਪੈਰ ਦੇ ਉੱਪਰ ਪੈਰ ਉਹ ਜ਼ਰੂਰ ਮਾਰਨਗੇ, ਦੂਜੇ ਦੇ ਪੈਰ ਨੂੰ ਜ਼ਖਮੀ ਜ਼ਰੂਰ ਕਰਨਗੇ। ਆਪ ਨੂੰ ਨੱਚਣਾ ਨਹੀਂ ਆਉਂਦਾ, ਪਰ ਉਹਨਾਂ ਦਾ ਨੱਚਣਾ ਹੁੰਦਾ ਭੜਥੂ ਪਾਉਣ ਵਰਗਾ, ਐਵੇਂ ਬਾਂਦਰਾਂ ਵਾਂਗੂ ਛਾਲਾਂ ਮਾਰੀ ਜਾਣੀਆਂ, ਨਾ ਨੱਚਣਾ ਨਾ ਨੱਚਣ ਦੇਣਾ। ਕਹਿਣ ਲੱਗੇ ਵੀ ਜਿਵੇਂ ਭੜਥੂ ਪਾ ਕੇ ਨੱਚੀਦਾ ਨਾ ਕਮਲਿਆਂ ਦੇ ਵਾਂਗ, ਇਹ ਸੂਰਾਂ ਨੇ ਤੇ ਕੈਦਖਾਨੇ ਵਿੱਚ ਭੜਥੂ ਹੀ ਪਾ ਦਿੱਤਾ, ਇੱਧਰ ਉੱਧਰ ਨੂੰ ਦੌੜੇ ਫਿਰਦੇ ਹਨ। ਗਹਿ ਭਾਲੇ ਸ਼ਮਸ਼ੇਰਾਂ ਹਾਥ। ਤੇ ਇਹ ਜਿਹੜੇ ਸਿਪਾਹੀ ਨੇ, ਕਿਸੇ ਨੇ ਹੱਥ ਵਿੱਚ ਤਲਵਾਰ ਫੜ ਲਈ, ਕਹਿਣ ਲੱਗਾ ਅੱਜ ਤੇ ਮੈਂ ਸੂਰ ਵੱਢ ਹੀ ਦੇਣਾ। ਹੁਣ ਜਿਹਨੂੰ ਭਾਂਡੇ ਮਾਂਜਣੇ ਪੈਣਗੇ ਇੰਨੇ ਸਾਰੇ, ਜਾਂ ਜਿਹਨੂੰ ਇਹ ਚੀਜ਼ਾਂ ਚੁੱਕ ਕੇ ਬਾਹਰ ਸੁੱਟਣੀਆਂ ਪੈਣਗੀਆਂ, ਉਹਦਾ ਤੇ ਕੰਮ ਪੈ ਗਿਆ ਨਾ, ਸਾਰੇ ਦਿਨ ਦਾ ਮੁਸੀਬਤ ਪੈ ਗਈ। ਕਈਆਂ ਨੇ ਤਲਵਾਰਾਂ ਕੱਢ ਲਈਆਂ, ਕਹਿਣ ਲੱਗੇ ਵੀ ਅੱਜ ਸੂਰ ਨਹੀਂ ਜਿਉਂਦੇ ਛੱਡਣੇ, ਇਹ ਸਾਰੇ ਤਲਵਾਰ ਦੀ ਭੇਟ ਹੀ ਕਰਦੇ ਨੇ, ਮਾਰ ਹੀ ਦੇਣੇ ਨੇ। ਕਈਆਂ ਨੇ ਤਲਵਾਰਾਂ ਕੱਢ ਲਈਆਂ ਤੇ ਕਹਿਣ ਲੱਗੇ, ਕਈਆਂ ਨੇ ਹੱਥ ਵਿੱਚ ਬਰਸ਼ੇ ਫੜ ਲੈ ਵੀ ਬਰਸ਼ਾ ਮਾਰ ਮਾਰ ਕੇ ਸਾਰੇ ਹੀ ਪਰੋ ਦੇਣੇ, ਛੱਡਣਾ ਕੋਈ ਨਹੀਂ ਹੈ। ਇਸ ਤਰ੍ਹਾਂ ਗੁੱਸੇ ਵਿੱਚ ਆਏ ਹੋਏ ਸਿਪਾਹੀ ਜਿਹੜੇ ਨੇ ਉਹ ਮਗਰ ਲੱਗ ਗਏ। ਭਾਜੇ ਫਿਰੈਂ ਸੂਕਰਨ ਸਾਥ। ਤੇ ਪਰ ਹੁਣ ਸੂਰ ਬੜੇ ਚਲਾਕ ਨੇ, ਉਹ ਜਾਂਦੇ ਅੱਗੇ ਨੂੰ, ਅੱਗੋਂ ਝਕਾਨੀ ਦੇ ਕੇ ਫਿਰ ਪਿੱਛੇ ਨੂੰ ਆ ਜਾਂਦੇ, ਮਗਰ ਮਗਰ ਸਿਪਾਹੀ ਦੌੜੇ ਫਿਰਦੇ, ਅੱਗੇ ਅੱਗੇ ਸੂਰ ਦੌੜੇ ਫਿਰਦੇ। ਐਸੀ ਹਾਲਤ ਜੇਲ੍ਹ ਦੀ ਬਣੀ ਹੈ। ਆਪਦਾ ਜਨ ਤੁਰਕਨ ਪਰਿਆਈ। ਮੰਨ ਲਓ ਵੀ ਇਹਨਾਂ ਮੁਗਲਾਂ ਦੇ ਉੱਪਰ ਆਪਦਾ ਹੀ ਪੈ ਗਈ ਹੈ, ਬਿਪਤਾ ਹੀ ਪੈ ਗਈ ਹੈ। ਆਪਾਂ ਆਮ ਹੀ ਕਹਿ ਦਿੰਦੇ ਨਾ, ਆਹ ਕੰਮ ਤੇ ਮੇਰੇ ਗਲ ਵਿੱਚ ਬਿਪਤਾ ਹੀ ਪੈ ਗਈ ਹੈ। ਇਹ ਸੂਰ ਕਾਹਦੇ ਨਿਕਲੇ ਭਾਂਡੇ ਵਿੱਚੋਂ? ਜਿੰਨੇ ਇੱਥੇ ਸਿਪਾਹੀ ਸਨ ਸਾਰਿਆਂ ਦੇ ਗਲ ਵਿੱਚ ਬਿਪਤਾ ਹੀ ਪੈ ਗਈ, ਕਿਉਂਕਿ ਸੂਰ ਅਪਵਿੱਤਰ ਹੈ, ਮੁਸਲਮਾਨ ਉਹਨੂੰ ਹੱਥ ਨਹੀਂ ਲਾਉਣਾ ਚਾਹੁੰਦਾ, ਉਹਦਾ ਨਾਂ ਨਹੀਂ ਲੈਣਾ ਚਾਹੁੰਦਾ। ਪਰ ਉਹਨਾਂ ਸੂਰਾਂ ਨੇ ਇੰਨਾ ਤਰਥੱਲ ਮਚਾਇਆ ਵੀ ਇਹਨਾਂ ਮੁਗਲਾਂ ਦੇ ਸਿਰ ਦੇ ਵਿੱਚ ਮੰਨ ਲਓ ਬਿਪਤਾ ਹੀ ਪੈ ਗਈ ਹੈ। ਐਸੀ ਹਾਲਤ ਬਣੀ ਹੈ। ਪੁੱਛੈ ਤੇ ਕਛ ਕਹਿਓ ਨਾ ਜਾਈ। ਪਰ ਕਹਿਣ ਲੱਗੇ ਵੀ ਜੇ ਕੋਈ ਪੁੱਛਦਾ ਨਾ ਵੀ ਕੀ ਹੋਇਆ, ਕਹਿੰਦੇ ਕੀ ਦਸੀਏ,
ਜੇ ਕੋਈ ਪੁੱਛਦਾ ਨਾ ਅੱਗੇ ਵੀ ਕੀ ਹੋਇਆ ਤੁਹਾਨੂੰ ਸਿਪਾਹੀਓ, ਭੱਜੇ ਕਿਉਂ ਫਿਰਦੇ ਹੋ? ਇਹ ਭੱਜ ਭੱਜ ਕੇ ਇੰਨੇ ਥੱਕ ਗਏ, ਇਹਨਾਂ ਨੂੰ ਸਾਹ ਇੰਨਾ ਚੜ ਗਿਆ ਵੀ ਹੁਣ ਬੋਲਿਆ ਨਹੀਂ ਜਾਂਦਾ। ਅੱਗੋਂ ਹੱਥ ਲਾ ਕੇ ਕਹਿੰਦੇ ਕੀ ਦੱਸੀਏ ਸਾਡੇ ਨਾਲ ਕੀ ਹੋਇਆ, ਦੱਸਿਆ ਹੀ ਨਹੀਂ ਜਾਂਦਾ ਵੀ ਹੋ ਸਾਡੇ ਨਾਲ ਕੀ ਗਿਆ। ਐਸੀ ਹਾਲਤ ਬਣੀ ਹੈ। ਕਾਰਾਗ੍ਰਹਿ ਮੈਂ ਪਕੜੈ ਜੋਏ। ਤੇ ਜਿਹੜਾ ਵੀ ਫੜਿਆ ਜਾਂਦਾ, ਹੁਣ ਜਿਹੜੇ ਤੇ ਜੇਲ੍ਹ ਦੇ ਵਿੱਚ ਕਮਰੇ ਦੇ ਵਿੱਚ ਬੰਦ ਸਨ ਸੂਰ, ਉਹਨਾਂ ਨੂੰ ਫੜਨਾ ਸੌਖਾ ਹੈ। ਉਹਨਾਂ ਨੂੰ ਘੇਰ ਘੇਰ ਕੇ ਜਿਹੜੇ ਸੂਰ ਇਹਨਾਂ ਨੇ ਫੜੇ ਹਨ। ਹਹਰੇ ਤੁਰਕ ਹਿੰਦੂ ਸੁਖ ਹੋਏ। ਤੇ ਕਹਿਣ ਲੱਗੇ ਵੀ ਹਹਰੇ ਤੁਰਕ ਹਿੰਦੂ ਸੁਖ ਹੋਏ। ਐਸੀ ਹਾਲਤ ਬਣ ਗਈ ਉਸ ਵੇਲੇ ਕਿ ਤੁਰਕ ਜਿਹੜੇ ਸਨ ਉਹ ਡਰ ਗਏ, ਤੇ ਜਿਹੜੇ ਹਿੰਦੂ ਉੱਥੇ ਕੈਦ ਕੀਤੇ ਉਹ ਹੱਸਦੇ ਪਏ ਵੇਖ ਵੇਖ ਕੇ, ਕਿਉਂਕਿ ਉਹਨਾਂ ਨੂੰ ਫੜ ਵੀ ਨਹੀਂ ਨਾ ਸਕਦੇ। ਜੇ ਸੂਰ ਇਕੱਠੇ ਹੁੰਦੇ ਤੇ ਹੱਥ ਕਿਹੜਾ ਲਾਵੇ ਗਾਂਹ ਜਾ ਕੇ, ਆਪਣੇ ਈਮਾਨ ਨੂੰ ਕਿਹੜਾ ਹੁਣ ਡਿੱਗੇ। ਕਿਸੇ ਦਾ ਜੀ ਨਹੀਂ ਕਰਦਾ ਹੱਥ ਲਾਉਣ ਨੂੰ। ਸਿਪਾਹੀ ਤੇ ਵਿਚਾਰੇ ਡਰੇ ਹੋਏ, ਪਰ ਜਿੰਨੇ ਹਿੰਦੂ ਕੈਦੀ ਸਨ ਉਹ ਇਹਨਾਂ ਵੱਲ ਵੇਖ ਵੇਖ ਕੇ ਹੱਸਦੇ ਵੀ ਕੈਸੀ ਇਹਨਾਂ ਦੀ ਹਾਲਤ ਹੈ। ਨਾਲੇ ਤੇ ਸੂਰਾਂ ਨੂੰ ਮਾਰਨਾ ਚਾਹੁੰਦੇ, ਨਾਲੇ ਆਪਣਾ ਹੱਥ ਨਹੀਂ ਲਾਉਣਾ ਚਾਹੁੰਦੇ। ਇਸ ਤਰ੍ਹਾਂ ਉਹ ਜਿਹੜੇ ਬਾਕੀ ਕੈਦੀ ਸਨ ਉਹ ਵੇਖ ਵੇਖ ਕੇ ਹੱਸਦੇ ਹਨ। ਸਭ ਹਨ ਕੀ ਮਤ ਬਿਸਮੈ ਭਈ। ਸਾਰਿਆਂ ਦੀ ਮਤ ਹੈਰਾਨ ਹੋ ਗਈ ਵੀ ਹੁਣ ਕੀ ਕਰਨਾ ਕਰੀਏ। ਕਿਉਂ ਇਹ ਰੀਤ ਜਾਣੀ ਨਹਿ ਗਈ। ਕਿਆ ਇਹੋ ਰੀਤ, ਇਹ ਕੀ ਰੀਤੀ ਹੈ, ਇਹ ਹੋਇਆ ਕੀ ਹੈ, ਜਾਣਿਆ ਨਹੀਂ ਜਾਂਦਾ। ਮਨ ਵਿੱਚ ਤੇ ਵਿਚਾਰ ਇਹ ਸੀ ਵੀ ਅਸੀਂ ਘਰੇ ਮਾਸ ਬਣਾਇਆ, ਮਾਸ ਦਾ ਕਟੋਰਾ ਪਤੀਲਾ ਭਰ ਕੇ ਅਸੀਂ ਆਪ ਲੈ ਕੇ ਆਏ। ਸਤਿਗੁਰਾਂ ਨੇ ਆਖਿਆ ਵੀ ਢੱਕਣ ਚੱਕੋ, ਤੇ ਇਹਦੇ ਵਿੱਚੋਂ ਕਿਵੇਂ ਸੂਰ ਨਿਕਲ ਆਏ, ਭਰੇ ਹੋਏ ਪਤੀਲੇ ਵਿੱਚੋਂ ਇੰਨੇ ਕਿਵੇਂ ਨਿਕਲ ਆਏ, ਜਾਣਿਆ ਨਹੀਂ ਜਾਂਦਾ। ਇਸ ਗੱਲ ਦੀ ਬਹੁਤੀ ਹੈਰਾਨੀ ਹੈ। 14 ਮੈਂ ਹੋਏ ਕੈ ਤੁਰਕਨ। ਇਹ ਜਿੰਨੇ ਮੁਗਲ ਸਨ ਸਿਪਾਹੀ ਚਾਰ ਚਫੇਰੇ ਸਾਰੇ ਇਕੱਠੇ ਹੋ ਕੇ ਕਿਤਕ ਘੇਰ ਮਾਰੇ ਤਿਸਥਾਨਾ। ਤੇ ਕੁਝ ਇਹਨਾਂ ਨੇ ਸੂਰ ਜਿਹੜੇ ਸਨ, ਜਿਵੇਂ ਆਪਾਂ ਪਿੱਛੇ ਬਚਨ ਸਰਵਣ ਕੀਤਾ ਵੀ ਤਲਵਾਰਾਂ ਨੰਗੀਆਂ ਕੱਢ ਲਈਆਂ, ਬਰਛੇ ਹੱਥ ਵਿੱਚ ਫੜ ਲੈ। ਕੁਝ ਸੂਰ ਇਹਨਾਂ ਨੇ ਬਰਛੇ ਮਾਰ ਕੇ ਮਾਰ ਦਿੱਤੇ, ਤੇ ਕੁਝ ਸੂਰ ਜਿਹੜੇ ਸਨ ਤਲਵਾਰ ਦੇ ਨਾਲ ਇਹਨਾਂ ਨੇ ਮਾਰ ਦਿੱਤੇ ਹਨ। ਕਿਤਕ ਪਲਾਏ ਪੁਰਤੇ ਨਿਕਸੇ। ਤੇ ਕੁਝ ਜਿਹੜੇ ਸੂਰ ਸਨ ਥੋੜੇ ਵੱਡੇ, ਉਹ ਛਾਲਾਂ ਮਾਰ ਮਾਰ ਕੇ ਕੰਧਾਂ ਦੇ ਉੱਪਰ ਦੀ ਟੱਪ ਗਏ। ਕੋਈ ਗਲੀਆਂ ਨੂੰ ਭੱਜਾ ਜਾਂਦਾ ਹੈ, ਕੋਈ ਇੱਧਰ ਨੂੰ ਭੱਜਾ ਜਾਂਦਾ ਹੈ। ਕੁਝ 100 ਸੂਰ ਤੇ ਗਏ ਦੌੜ, ਉਹਨਾਂ ਨੇ ਆਪਣੀ ਜਾਨ ਲਈ ਬਚਾ, ਤੇ ਕੁਝ ਇਹਨਾਂ ਨੇ ਤਲਵਾਰ ਨਾਲ ਵੱਢ ਦਿੱਤੇ ਹਨ। ਹੇਰ ਹੇਰ ਹਿੰਦੂ ਜਨ ਬਿਗਸੇ। ਤੇ ਜਿਹੜੇ ਹਿੰਦੂ ਰਹਿੰਦੇ ਸਨ ਦਿੱਲੀ ਦੇ ਵਿੱਚ, ਅੱਗੇ ਅੱਗੇ ਸੂਰ ਭੱਜਾ ਜਾਂਦਾ, ਮਗਰ ਮਗਰ 2-4 ਸਿਪਾਹੀ ਭੱਜੇ ਜਾਂਦੇ। ਵੇਖ ਵੇਖ ਕੇ ਲੋਕ ਬਾਜ਼ਾਰ ਦੇ ਵਿੱਚ ਹੱਸਦੇ ਪਏ ਵੀ ਇਹ ਕੀ ਬਣਦਾ ਪਿਆ ਹੈ। ਇਸ ਤਰ੍ਹਾਂ ਦਾ ਕੌਤਕ ਉਸ ਵੇਲੇ ਮਹਾਰਾਜ ਨੇ ਬਣਾਇਆ। ਕਾਰਾਗ੍ਰਹਿ ਕੇ ਜਿਤਕ ਸਿਪਾਹੀ। ਜਿੰਨੇ ਵੀ ਉਸ ਕੈਦਖਾਨੇ ਦੇ ਜੇਲ੍ਹ ਦੇ, ਜਿਹੜੀ ਵੱਡੀ ਜੇਲ੍ਹ ਹੈ ਨਾ ਦਿੱਲੀ ਦੇ ਵਿੱਚ, ਜਿੱਥੇ ਗੁਰੂ ਪਾਤਸ਼ਾਹ ਨੂੰ ਬੰਦ ਕੀਤਾ ਹੋਇਆ, ਉੱਥੇ ਬੜੇ ਜ਼ਿਆਦਾ ਸਿਪਾਹੀਆਂ ਦੀ ਡਿਊਟੀ ਲੱਗੀ ਹੋਈ ਹੈ। ਸਾਰੇ ਸਿਪਾਹੀ ਇਸ ਤਰ੍ਹਾਂ ਉਹਨਾਂ ਨੂੰ ਵੇਖ ਵੇਖ ਕੇ ਉਸ ਵੇਲੇ ਤਨ ਕੇ ਬਸਤਰ ਉਤਾਰੇ ਤਾਹੀਂ। ਸਾਰਿਆਂ ਨੇ ਆਪਣੇ ਤਨ ਦੇ ਬਸਤਰ ਲਾ ਦਿੱਤੇ। ਕਿਉਂ ਲਾਏ? ਕਿਉਂਕਿ ਸੂਰ ਨੂੰ ਅਪਵਿੱਤਰ ਮੰਨਿਆ ਜਾਂਦਾ, ਭੈੜਾ ਮੰਨਿਆ ਜਾਂਦਾ। ਸੂਰ ਕੱਪੜਿਆਂ ਦੇ ਨਾਲ ਲੱਗ ਗਿਆ, ਹੁਣ ਕੱਪੜੇ ਵੀ ਗੰਦੇ ਹੋ ਗਏ। ਉਹ ਸਿਪਾਹੀ ਜਿੰਨੇ ਨੌਕਰੀ ਕਰਦੇ ਸਨ, ਸਾਰਿਆਂ ਨੇ ਆਪਣੇ ਕੱਪੜੇ ਗੰਦੇ ਜਾਣ ਕੇ ਉਸੇ ਵੇਲੇ ਗਲੋਂ ਲਾ ਲਾ ਕੇ ਸਾਰਿਆਂ ਨੇ ਆਪਣੇ ਕੱਪੜੇ ਸੁੱਟ ਦਿੱਤੇ ਹਨ। ਜਲ ਮੈਂ ਗੁਸਲ ਕਰਿਓ ਮਿਲ ਸਭ ਹੂੰ। ਸਾਰਿਆਂ ਨੇ ਮਿਲ ਕੇ ਗੁਸਲਖਾਨੇ ਵਿੱਚ ਜਾ ਕੇ ਪਾਣੀ ਭਰ ਭਰ ਕੇ ਆਪਣੇ ਸਿਰ ਦੇ ਉੱਪਰ ਪਾਉਂਦੇ, ਪਾਣੀ ਦੇ ਭਰ ਭਰ ਕੇ ਵੱਡੇ ਵੱਡੇ ਟੱਪ ਆਪਣੇ ਪਿੰਡੇ ਦੇ ਉੱਪਰ ਪਾਉਂਦੇ, ਨਾਲੇ ਇੱਕ ਦੂਜੇ ਨਾਲ ਗੱਲਾਂ ਕਰਦੇ। ਸੂਰਾਂ ਨੇ ਤੇ ਗੰਦਾ ਹੀ ਕਰ ਦਿੱਤਾ। ਅੱਜ ਆਪਣੇ ਕੱਪੜੇ ਲਾ ਕੇ ਵਗਾ ਕੇ ਪਰੇ ਮਾਰੇ ਇਹਨਾਂ ਨੇ। ਇਹ ਕੱਪੜੇ ਝੂਠੇ ਗੰਦੇ ਹੋ ਗਏ ਨੇ, ਸੂਰਾਂ ਦੇ ਨਾਲ ਖਹਿ ਗਏ ਨੇ। ਅਤੇ ਇਸੇ ਤਰ੍ਹਾਂ ਗੁਸਲਖਾਨੇ ਵਿੱਚ ਜਾ ਜਾ ਕੇ ਇਸ਼ਨਾਨ ਕਰਦੇ ਹਨ। ਪਰ ਸੁਥਲ ਸੁਧਰਾਏ ਤਬ। ਤੇ ਬਾਕੀ ਜਿੰਨੀਆਂ ਚੀਜ਼ਾਂ ਸਨ ਉਹਨਾਂ ਨੂੰ ਵੀ ਧੋਤਾ। ਰਸੋਈ ਨੂੰ ਪਾਣੀ ਨਾਲ ਧੋਤਾ ਗਿਆ। ਇਸੇ ਤਰ੍ਹਾਂ ਕੱਚਾ ਅੰਨ ਜਿਹੜਾ ਸੀ ਉਹਨੂੰ ਬਾਹਰ ਸੁੱਟਿਆ ਗਿਆ, ਪੱਕੇ ਅੰਨ ਨੂੰ ਵੀ ਬਾਹਰ ਸੁੱਟਿਆ ਗਿਆ। ਦੁਬਾਰਾ ਭਾਂਡੇ ਮਾਂਜੇ ਗਏ, ਭਾਂਡੇ ਮਾਂਜ ਕੇ ਦੁਬਾਰਾ ਉਹਨਾਂ ਵਿੱਚ ਵਸਤੂਆਂ ਲਿਆ ਲਿਆ ਕੇ ਬਾਜ਼ਾਰ ਦੇ ਵਿੱਚੋਂ, ਤੇ ਫਿਰ ਉਹ ਭਾਂਡੇ ਭਰੇ ਗਏ। ਰਸੋਈ ਧੋਤੀ ਗਈ ਹੈ। ਸਾਰੇ ਕੈਦਖਾਨੇ ਨੂੰ ਧੋਤਾ ਗਿਆ ਪਾਣੀ ਦੇ ਨਾਲ, ਵੀ ਇਹ ਸੂਰਾਂ ਨੇ ਸਭ ਕੁਝ ਗੰਦਾ ਕਰ ਦਿੱਤਾ ਹੈ। ਉਚਿਤ ਰਾਖਵੇ ਸੋ ਰਖ ਲਈ। ਜਿਹੜੀਆਂ ਚੀਜ਼ਾਂ ਰੱਖਣ ਵਾਲੀਆਂ ਉਹ ਰੱਖ ਲਈਆਂ ਹਨ। ਨਾਹੇ ਦਾ ਵਸਤ ਅਪਰ ਕੋ ਨਹੀਂ। ਤੇ ਜਿਹੜੀਆਂ ਬਾਕੀ ਵਸਤੂਆਂ ਸਨ, ਜਿਹੜੀਆਂ ਤੇ ਬਚ ਗਈਆਂ ਸੂਰਾਂ ਕੋਲੋਂ, ਜਿੱਥੇ ਸੂਰਾਂ ਦੀ ਪਹੁੰਚ ਨਹੀਂ ਹੋਈ, ਜਿਹੜੀਆਂ ਢੱਕੀਆਂ ਹੋਈਆਂ ਸਨ, ਜਿਨ੍ਹਾਂ ਦੇ ਉੱਪਰ ਢੱਕਣ ਸਨ, ਉਹ ਚੀਜ਼ਾਂ ਤੇ ਵਰਤ ਲਈਆਂ। ਜਿਹੜੀਆਂ ਖੁੱਲ੍ਹੇ ਮੂੰਹ ਪਈਆਂ ਸਨ, ਸੂਰਾਂ ਦਾ ਹੱਥ ਪੈਰ ਕਿਤੇ ਲੱਗ ਗਿਆ, ਕਿਸੇ ਦੀ ਪੂਛ ਲੱਗ ਗਈ, ਕਿਸੇ ਦਾ ਮੂੰਹ ਲੱਗ ਗਿਆ, ਉਹ ਚੀਜ਼ਾਂ ਚੁੱਕ ਕੇ ਇਹਨਾਂ ਨੇ ਬਾਹਰ ਬਾਜ਼ਾਰ ਵਿੱਚ ਰੱਖ ਦਿੱਤੀਆਂ। ਨਾਲ ਹੀ ਹੋਕਾ ਦੇ ਦਿੱਤਾ, ਭਾਈ ਜਿਹਨੂੰ ਚਾਹੀਦੀਆਂ ਲੈ ਜਾਓ, ਜਿਹੜਾ ਖਾ ਸਕਦਾ ਉਹ ਖਾ ਲਵੇ। ਉਹ ਚੀਜ਼ਾਂ ਤੇ ਲੋਕਾਂ ਨੂੰ ਵੰਡ ਦਿੱਤੀਆਂ। ਜਿਹੜੀਆਂ ਬੰਦ ਸਨ ਉਹ ਇਹਨਾਂ ਨੇ ਕੋਲ ਰੱਖ ਲਈਆਂ ਹਨ। ਮਹਾ ਦੁਖੀ ਹੋਏ ਮਤ ਮੰਦ। ਇਸ ਤਰ੍ਹਾਂ ਮੰਦੀ ਮਤ ਵਾਲੇ ਜਿੰਨੇ ਮੁਗਲ ਨੇ ਮਹਾਰਾਜ ਦੇ ਨਾਲ ਇਹੋ ਜਿਹੀ ਖੇਡ ਰਚ ਕੇ ਦੁਖੀ ਹੋਏ ਹਨ। ਅਮਰੋ ਭਇਓ ਈਮਾਨ ਨਿਕੰਦ। ਤੇ ਇੱਕ ਦੂਜੇ ਨੂੰ ਆਖਦੇ ਸਾਡਾ ਤੇ ਅੱਜ ਈਮਾਨ ਹੀ ਟੁੱਟ ਗਿਆ ਹੈ,
ਸਾਡਾ ਤੇ ਅੱਜ ਈਮਾਨ ਨਹੀਂ ਰਹਿ ਗਿਆ, ਧਰਮ ਨਹੀਂ ਰਹਿ ਗਿਆ। ਅੱਜ ਅਸੀਂ ਬੜੇ ਪਲੀਤ ਹੋ ਗਏ ਹਾਂ, ਬੜੇ ਗੰਦੇ ਹੋ ਗਏ ਹਾਂ। ਅੱਜ ਤੇ ਸਾਡਾ ਸਾਰਾ ਦਿਨ ਹੀ ਭ੍ਰਸ਼ਟ ਹੋ ਗਿਆ ਹੈ। ਇਸ ਤਰ੍ਹਾਂ ਇੱਕ ਦੂਜੇ ਨੂੰ ਕਹਿੰਦੇ ਹਨ। ਦੋਹਰਾ ਪੌਰ ਪਰ ਠੌਰ ਪੁਰ ਕਰੈ ਪਰਸਪਰ ਬਾਤ। ਜਿੰਨੇ ਦਿੱਲੀ ਦੇ ਦਰਵਾਜ਼ੇ ਨੇ ਜਾਂ ਜਿੰਨੇ ਕਿਲੇ ਦੇ ਦਰਵਾਜ਼ੇ ਨੇ, ਜਿੰਨੇ ਕੈਦਖਾਨੇ ਦੇ ਦਰਵਾਜ਼ੇ ਨੇ, ਸਾਰਿਆਂ ਦਰਵਾਜ਼ਿਆਂ ਦੇ ਉੱਪਰ ਸਿਪਾਹੀ ਖਲੋਤੇ ਹੋਏ ਇੱਕ ਦੂਜੇ ਨਾਲ ਗੱਲਾਂ ਕਰਦੇ। ਜਿੰਨੇ ਬਾਜ਼ਾਰਾਂ ਵਿੱਚ ਗਲੀਆਂ ਵਿੱਚ ਲੰਘਣ ਵਾਲੇ ਲੋਕ ਨੇ, ਦੁਕਾਨਾਂ ਵਿੱਚ ਬੈਠਣ ਵਾਲੇ ਜਿੰਨੇ ਬਾਣੀਏ ਨੇ, ਉਹ ਵੀ ਸਾਰੇ ਆਪਸ ਵਿੱਚ ਇਸ ਤਰ੍ਹਾਂ ਗੱਲਾਂ ਕਰਦੇ ਹਨ। ਕਹੋ ਗੁਰੂ ਹਿੰਦਵਾਨ ਕੋ ਅਜ਼ਮਤ ਜੁਤ ਬਖਿਆ। ਕੀ ਗੱਲਾਂ ਹੁੰਦੀਆਂ ਪਈਆਂ? ਕਹਿੰਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਗ੍ਰਿਫਤਾਰ ਤੇ ਇਹਨਾਂ ਨੇ ਕਰ ਲਿਆ, ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਗੁਰੂ ਕਿੰਨੀਆਂ ਕਰਾਮਾਤਾਂ ਵਾਲਾ। ਦਿੱਲੀ ਦੇ ਹਰੇਕ ਦਰਵਾਜ਼ੇ ਦੇ ਉੱਪਰ ਚਰਚਾ ਛਿੜ ਗਈ, ਹਰੇਕ ਬਾਜ਼ਾਰ ਦੇ ਵਿੱਚ, ਹਰੇਕ ਦੁਕਾਨ ਦੇ ਵਿੱਚ ਇਸ ਗੱਲ ਦੀ ਚਰਚਾ ਹੋਣ ਲੱਗ ਪਈ ਵੀ ਜਿਹੜਾ ਮੁਗਲ ਬਾਦਸ਼ਾਹ ਔਰੰਗਜ਼ੇਬ ਹੈ, ਇਸ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਗ੍ਰਿਫਤਾਰ ਤੇ ਕਰ ਲਿਆ, ਪਰ ਇਹ ਨਹੀਂ ਜਾਣਦਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਬੇਅੰਤ ਕਰਾਮਾਤਾਂ ਨੇ, ਜੋ ਉਹ ਚਾਹਣ ਉਹ ਕਰ ਸਕਦੇ ਹਨ। ਚੌਪਈ ਤਪਤ ਦੇਗ 'ਚ ਅੱਗ ਪਕਾਏ। ਕਹਿਣ ਲੱਗੇ ਵੀ ਹੁਣ ਲੋਕ ਗੱਲਾਂ ਕਰਦੇ, ਕਹਿੰਦੇ ਵੀ ਇੱਕ ਦੇਗਚਾ ਜਿਹੜਾ ਸੀ ਨਾ, ਵੱਡਾ ਪਤੀਲਾ, ਇਹਨਾਂ ਨੇ ਆਪ ਹੀ ਅੱਗ ਦੇ ਉੱਪਰ ਰੱਖ ਕੇ ਉਹਦੇ ਵਿੱਚ ਮਾਸ ਪਕਾਇਆ ਹੈ। ਇਸ ਮੈਂ ਸੂਕਰ ਗਨ ਨਿਕਸਾ। ਹੁਣ ਸਾਰੇ ਸ਼ਹਿਰ ਨੂੰ ਪਤਾ ਲੱਗ ਗਿਆ ਵੀ ਪਤੀਲਾ ਇਹਨਾਂ ਨੇ ਆਪੇ ਹੀ ਰੱਖਿਆ ਚੁੱਲ੍ਹੇ ਦੇ ਉੱਪਰ, ਉਹਦੇ ਵਿੱਚ ਅੱਗ ਬਾਲ ਕੇ ਇਹਨਾਂ ਨੇ ਆਪੇ ਹੀ ਮਾਸ ਪਕਾਇਆ। ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਹੋ ਜਿਹਾ ਕੌਤਕ ਰਚਿਆ, ਉਸ ਭਰੇ ਹੋਏ ਪਤੀਲੇ ਦੇ ਵਿੱਚੋਂ ਮਹਾਰਾਜ ਨੇ ਮਾਸ ਦੀ ਜਗ੍ਹਾ ਤੇ ਸੂਰ ਕੱਢੇ ਨੇ। ਇਹ ਪੂਰੀ ਦਿੱਲੀ ਵਿੱਚ ਵਿਚਾਰਾਂ ਹੋਣ ਲੱਗ ਪਈਆਂ, ਇੱਕ ਦੂਜੇ ਨਾਲ ਇਹੋ ਜਿਹੀਆਂ ਗੱਲਾਂ ਬਾਤਾਂ ਹੁੰਦੀਆਂ ਹਨ। ਲੱਗ ਘੁਰ ਘੁਰ ਬੋਲਤ ਫਿਰ ਦੱਸਦੇ ਨੇ, ਜਿੰਨੇ ਵੇਖਿਆ ਨੂੰ ਦੱਸਦਾ, ਕਹਿੰਦਾ ਮੈਂ ਵੇਖੇ ਨੇ, ਕੁਝ ਛੋਟੇ ਸੂਰ ਸਨ, ਕੁਝ ਵੱਡੇ ਸਨ, ਕੁਝ ਉਸ ਤੋਂ ਵੀ ਵੱਡੇ ਸਨ। ਉਹ ਭੱਜੇ ਫਿਰਦੇ ਸਨ ਕੈਦਖਾਨੇ ਦੇ ਵਿੱਚ, ਨਾਲੇ ਘੁਰ ਘੁਰ ਦੀ ਆਵਾਜ਼ ਕਰਦੇ, ਜਿਵੇਂ ਸੂਰ ਬੋਲਦਾ ਨਾ ਨਾਲੀ ਦੇ ਵਿੱਚ ਗੰਦ ਖਾਂਦਾ ਹੋਇਆ, ਇਸ ਤਰ੍ਹਾਂ ਘੁਰ ਘੁਰ ਦੀ ਆਵਾਜ਼ ਕਰਦੇ ਹੋਏ ਉਹ ਸੂਰ ਦੇ ਬੱਚੇ ਜਿਹੜੇ ਨੇ ਉਹ ਮੈਂ ਕੈਦਖਾਨੇ ਵਿੱਚ ਆਪ ਦੌੜਦੇ ਵੇਖੇ। ਇਸ ਤਰ੍ਹਾਂ ਸਿਪਾਹੀ ਇੱਕ ਦੂਜੇ ਨੂੰ ਦੱਸਦੇ ਹਨ। ਤੁਰਕਨੇ ਅੰਗ ਸਪਰਸ਼ਨ ਕਰੇ। ਤੇ ਕੋਈ ਆਖਦਾ ਮੈਂ ਤੇ ਵੇਖਿਆ ਉਹ ਜਿਹੜੇ ਸੂਰ ਸਨ ਭੱਜ ਭੱਜ ਕੇ ਇਹਨਾਂ ਮੁਗਲਾਂ ਦੀਆਂ ਝੋਲੀਆਂ ਵਿੱਚ ਆ ਕੇ ਬੈਠ ਗਏ, ਕਿਸੇ ਦੇ ਕੱਪੜੇ ਨੂੰ ਉਹਨਾਂ ਨੇ ਮੂੰਹ ਵਿੱਚ ਪਾ ਲਿਆ, ਇਹਨਾਂ ਦੇ ਅੰਗ ਉਹਨਾਂ ਨੇ ਸਪਰਸ਼ ਕੀਤੇ ਨੇ, ਭਾਵ ਕਿ ਇਹਨਾਂ ਦੇ ਅੰਗਾਂ ਦੇ ਨਾਲ ਉਹ ਟੱਚ ਕਰਕੇ ਗਏ ਨੇ, ਖਹਿ ਕੇ ਗਏ ਨੇ। ਇਸ ਤਰ੍ਹਾਂ ਦੇ ਉਹ ਭਿਆਨਕ ਸੂਰ ਆਏ ਹਨ। ਅਤੇ ਕਿ ਤੱਕ ਸ਼ਰੋਣਤ ਦਿਨ ਬਹਿਓ। ਤੇ ਕੁਝ ਜਿਹੜੇ ਸਨ ਉਸ ਵੇਲੇ ਉੱਥੇ ਖੜੇ ਰਹੇ, ਤੇ ਕੁਝ ਜਿਹੜੇ ਸਨ ਉਹਨਾਂ ਦਾ ਖੂਨ ਉਸ ਵੇਲੇ ਵਗਿਆ ਹੈ। ਦੌਰਤ ਮਾਰ ਤਿੰਨ ਲੱਗ ਰਹੇ ਹੋ। ਤੇ ਸਿਪਾਹੀ ਜਿਹੜੇ ਨੇ ਉਹ ਸੂਰਾਂ ਨੂੰ ਮਾਰਦੇ ਰਹੇ। ਇਹ ਹੁਣ ਦਿੱਲੀ ਬਾਜ਼ਾਰ ਵਿੱਚ ਗੱਲਾਂ ਹੋ ਰਹੀਆਂ ਵੀ ਸੂਰ ਕੋਈ ਸਿਪਾਹੀਆਂ ਨੇ ਵੱਢ ਦਿੱਤੇ, ਕੁਝ ਜ਼ਖਮੀ ਹੋ ਗਏ ਤੇ ਕੁਝ ਭੱਜ ਗਏ, ਪਰ ਉਹ ਸੂਰਾਂ ਨੇ ਬੜਾ ਜਿਹੜਾ ਹੈ ਤਰਥੱਲ ਮਚਾਈ ਹੈ, ਬੜਾ ਇੱਥੇ ਉਹਨਾਂ ਨੁਕਸਾਨ ਕੀਤਾ। ਇਸ ਤਰ੍ਹਾਂ ਇੱਕ ਦੂਜੇ ਨਾਲ ਗੱਲਾਂ ਕਰਦੇ ਹਨ। ਪਰੀ ਤੈਨੂੰ ਪਰਸਾਰੇ। ਤੇ ਕੁਝ ਆਖਦੇ ਨੇ ਜਦੋਂ ਸੂਰ ਵੱਢੇ ਨਾ ਤਲਵਾਰ ਦੇ ਨਾਲ, ਤੇ ਉਹ ਜਦੋਂ ਤੜਫਦੇ ਸਨ ਤੇ ਉਹਨਾਂ ਦਾ ਖੂਨ ਜਿਹੜਾ ਸੀ ਇਹਨਾਂ ਮੁਗਲਾਂ ਦੇ ਕੱਪੜਿਆਂ ਦੇ ਉੱਪਰ ਪੈਂਦਾ ਸੀ, ਕੰਨਾਂ ਦੇ ਉੱਪਰ ਵੀ ਸੂਰਾਂ ਦਾ ਖੂਨ ਪੈ ਗਿਆ, ਫਰਸ਼ ਦੇ ਉੱਪਰ ਵੀ ਖੂਨ ਉਹਨਾਂ ਦਾ ਡੁੱਲ ਗਿਆ, ਤੇ ਕੁਝ ਖੂਨ ਇਹਨਾਂ ਦੇ ਕੱਪੜਿਆਂ ਤੇ, ਕੁਝ ਖੂਨ ਇਹਨਾਂ ਦੇ ਮੂੰਹ ਦੇ ਉੱਪਰ ਵੀ ਪਿਆ ਹੈ। ਇਸ ਤਰ੍ਹਾਂ ਸੂਰ ਦੇ ਬੱਚਿਆਂ ਦੇ ਖੂਨ ਦੇ ਛਟੇ ਜਿਹੜੇ ਸਨ ਉਹ ਸਾਰੀਆਂ ਥਾਵਾਂ ਤੇ ਪਏ ਹਨ। ਓਏ ਘਾਇਲ ਬਹੁਤ ਥਾਨ ਵਿਗਾਰੇ। ਤੇ ਬਹੁਤ ਥਾਵਾਂ ਤੇ ਘਾਇਲ ਹੋ ਕੇ, ਜ਼ਖਮੀ ਹੋ ਕੇ ਉਹਨਾਂ ਸੂਰਾਂ ਨੇ ਬੜਾ ਨੁਕਸਾਨ ਕੀਤਾ ਹੈ। ਗੁਰਮੁਖੋ, ਇਸ ਤਰ੍ਹਾਂ ਦਿੱਲੀ ਬਾਜ਼ਾਰ ਦੇ ਵਿੱਚ ਜਿਹੜੇ ਲੋਕ ਨੇ, ਦੁਕਾਨਾਂ ਵਾਲੇ, ਕੰਮਕਾਰ ਕਰਨ ਵਾਲੇ, ਦਿਹਾੜੀ ਕਰਨ ਵਾਲੇ, ਮਜ਼ਦੂਰੀ ਕਰਨ ਵਾਲੇ, ਉਹ ਸਾਰੇ ਆਪਸ ਵਿੱਚ ਐਸੀਆਂ ਗੱਲਾਂ ਕਰਦੇ ਹੋਏ ਸੁਣਾਈ ਦਿੰਦੇ ਹਨ। ਜਿਤ ਕਿਤ ਕਾਰਾਗ੍ਰਹਿ ਕੇ ਮਾਹੇ। ਕਹਿਣ ਲੱਗੇ ਵੀ ਜਿੱਥੇ ਕਿਥੇ ਜੇਲ੍ਹ ਦੇ ਵਿੱਚ, ਜਿਸ ਜੇਲ੍ਹ ਦੇ ਵਿੱਚ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕੈਦ ਕੀਤਾ ਹੋਇਆ, ਉਸ ਜੇਲ੍ਹ ਦੇ ਵਿੱਚ ਜਿੱਥੇ ਕਿਥੇ ਸਾਰੇ ਥਾਵਾਂ ਤੇ ਦੀਸਤ ਫਿਰਤੇ ਤੁਤ ਜਾਹੇ। ਤੇ ਉਹ ਜਿਹੜੇ ਸੂਰ ਸਨ ਉਹ ਭੱਜੇ ਹੋਏ ਵੇਖੇ ਨੇ। ਇਹ ਗੱਲ ਇੱਕ ਨੇ ਦੂਜੇ ਨੂੰ ਦੱਸੀ ਹੈ, ਦੂਜੇ ਨੇ ਤੀਜੇ ਨੂੰ ਦੱਸੀ ਹੈ, ਸਾਰੇ ਇੱਕ ਦੂਜੇ ਨੂੰ ਦੱਸਦੇ ਪਏ ਵੀ ਉਹ ਸੂਰ ਜਿਹੜੇ ਸਨ ਜੇਲ੍ਹ ਦੇ ਵਿੱਚ ਭੱਜਦੇ ਹੋਏ ਸਾਰਿਆਂ ਨੇ ਵੇਖੇ ਹਨ। ਗਇਓ ਇਮਾਨ ਤੈਨੂੰ ਕਹਿ ਜਨੀ। ਤੇ ਕੁਝ ਆਖਦੇ ਨੇ ਮੰਨ ਲਓ ਜਿੰਨੇ ਸਿਪਾਹੀ ਉਸ ਵੇਲੇ ਨੌਕਰੀ ਤੇ ਸਨ ਸਾਰਿਆਂ ਦਾ ਧਰਮ ਭ੍ਰਸ਼ਟ ਹੋ ਗਿਆ, ਇਹ ਧਰਮ ਦੇ ਹੁਣ ਪੱਕੇ ਰਹਿ ਨਹੀਂ ਗਏ। ਜਿੰਨੇ ਡਿਊਟੀ ਤੇ ਬੈਠੇ ਸਨ ਉਸ ਜੇਲ੍ਹ ਦੇ ਵਿੱਚ, ਜਿੰਨੇ ਦਰਵਾਜ਼ੇ ਤੇ ਸਨ, ਜਿੰਨੇ ਉਸ ਜੇਲ੍ਹ ਦੀ ਨਿਗਰਾਨੀ ਕਰਦੇ ਪਏ ਸਨ, ਸਾਰੇ ਮੁਗਲਾਂ ਦਾ ਧਰਮ ਭ੍ਰਸ਼ਟ ਹੋ ਗਿਆ, ਸਾਰਿਆਂ ਨੇ ਆਪਣਾ ਧਰਮ ਗਵਾ ਲਿਆ ਹੈ। ਰੁਦਰ ਸਰਪ ਸਪਰਸ਼ੋਂ ਸਭ ਕੁਝ ਸੁਣੀਏ। ਕਿਉਂਕਿ ਸੂਰ ਨੇ ਮੂੰਹ ਲਾ ਦੇਣਾ ਮਾੜੀ ਗੱਲ ਹੈ, ਪਰ ਸੂਰ ਦਾ ਖੂਨ ਕੱਪੜਿਆਂ ਤੇ ਪੈ ਜਾਵੇ ਇਹ ਤੇ ਉਸ ਤੋਂ ਵੀ ਜ਼ਿਆਦਾ ਵੱਡੀ ਮਾੜੀ ਗੱਲ ਹੈ। ਇਸ ਕਰਕੇ ਉਹਨਾਂ ਨੇ ਇਕੱਲਾ ਮੂੰਹ ਨਹੀਂ ਲਾਇਆ, ਸੂਰ ਦੇ ਖੂਨ ਦੇ ਛਟੇ ਜਿਹੜੇ ਨੇ
ਉਹ ਇਹਨਾਂ ਦੇ ਅੰਗਾਂ ਦੇ ਉੱਪਰ ਸਰੀਰਾਂ ਦੇ ਉੱਪਰ ਪਏ ਨੇ। ਇਸ ਕਰਕੇ ਇਹਨਾਂ ਮੁਗਲਾਂ ਦਾ ਧਰਮ ਭ੍ਰਸ਼ਟ ਹੋ ਗਿਆ ਹੈ। ਇਸ ਤਰ੍ਹਾਂ ਇੱਕ ਦੂਜੇ ਨਾਲ ਲੋਕ ਗੱਲਾਂ ਕਰਦੇ ਹਨ। ਹਿੰਦੂਨ ਕੇ ਗੁਰ ਸ਼ਕਤ ਦਿਖਾਈ। ਤੇ ਕੁਝ ਆਖਦੇ ਨੇ ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਬੜੇ ਸ਼ਕਤੀਸ਼ਾਲੀ ਨੇ, ਉਹਨਾਂ ਨੇ ਨਿੱਕੀ ਜੀ ਕਰਾਮਾਤ ਵਿਖਾਈ ਹੈ। ਇਹਨਾਂ ਨੂੰ ਦੱਸਣ ਵਾਸਤੇ ਵੀ ਹਾਲੇ ਵੀ ਬੰਦੇ ਬਣ ਜਾਓ, ਚੰਗੀ ਗੱਲ ਹੈ, ਪਰ ਜੇ ਨਾ ਬਣੇ ਤੇ ਮਹਾਰਾਜ ਹੋਰ ਵੀ ਕੋਈ ਕੌਤਕ ਕਰਨਗੇ। ਇਹ ਸਾਰਾ ਕੌਤਕ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਰਚਿਆ। ਇਸ ਤਰ੍ਹਾਂ ਲੋਕ ਇੱਕ ਦੂਜੇ ਨੂੰ ਕਹਿੰਦੇ ਹਨ। ਭਏ ਮੂੜ ਕੁਛ ਲਖੀ ਨਾ ਜਾਈ। ਪਰ ਇਹ ਮੂਰਖ ਜਿਹੜੇ ਨੇ, ਇਹਨਾਂ ਤੋਂ ਜਾਣਿਆ ਨਹੀਂ ਜਾਂਦਾ ਵੀ ਹੋਇਆ ਕੀ ਹੈ ਸਾਡੇ ਨਾਲ। ਮੱਤ ਇਹੋ ਜੀ ਮਾਰੀ ਗਈ ਹੈ, ਕਿਉਂਕਿ ਸਤਿਗੁਰੂ ਸਮਰੱਥ ਨੇ ਨਾ, ਕਾਰਜ ਵੀ ਕਰਦੇ ਔਰ ਮੱਤ ਵੀ ਮਾਰ ਦਿੰਦੇ। ਰੱਬ ਕਿਸੇ ਨੂੰ ਆ ਕੇ ਡਾਂਗ ਨਹੀਂ ਮਾਰਦਾ। ਕਦੇ ਕਿਸੇ ਨੇ ਵੇਖਿਆ ਵੀ ਰੱਬ ਆਪ ਡੰਡਾ ਚੁੱਕ ਕੇ ਆ ਗਿਆ ਹੋਵੇ ਵੀ ਫਲਾਣੇ ਬੰਦਿਆ ਮੈਂ ਤੇਰਾ ਨੁਕਸਾਨ ਕਰਨਾ? ਰੱਬ ਡੰਡਾ ਨਹੀਂ ਕਿਸੇ ਨੂੰ ਮਾਰਦਾ। ਰੱਬ ਕੀ ਕਰਦਾ ਹੈ, ਜਦੋਂ ਕਰਦਾ ਉਹ ਬੰਦੇ ਦੀ ਮੱਤ ਹੀ ਮਾਰਦਾ। ਮੱਤ ਮਰ ਜਾਂਦੀ ਹੈ ਤੇ ਬੰਦਾ ਡੰਡੇ ਖਾਣ ਵਾਲਾ ਕੰਮ ਆਪੇ ਹੀ ਕਰ ਦਿੰਦਾ ਹੈ। ਰੱਬ ਨਹੀਂ ਮਾਰਦਾ, ਰੱਬ ਡੰਡਾ ਮਰਾਉਂਦਾ, ਦੂਜੇ ਤੋਂ ਮਰਾਉਂਦਾ। ਮੱਤ ਮਾਰ ਕੇ ਕਰਮ ਹੀ ਇਹੋ ਜਿਹਾ ਕਰਾਵੇਗਾ ਵੀ ਡੰਡੇ ਆਪੇ ਹੀ ਪੈ ਜਾਣਗੇ। ਹੁਣ ਸਤਿਗੁਰਾਂ ਨੇ ਕੌਤਕ ਹੀ ਇਹੋ ਜਿਹਾ ਰਚਿਆ, ਪਰ ਇਹਨਾਂ ਨੂੰ ਹਾਲੇ ਸਮਝ ਨਹੀਂ ਆਈ, ਹਾਲੇ ਅਕਲ ਨਹੀਂ ਆਈ ਵੀ ਇਹ ਸਾਡੇ ਨਾਲ ਕੀ ਹੋਇਆ ਹੈ, ਪਰ ਇਹ ਸਮਝ ਨਹੀਂ ਸਕਦੇ ਹਨ। ਸੁਨ ਸੁਨ ਕਰ ਹਿੰਦੂ ਵਿਸਮਾਏ। ਕਹਿਣ ਲੱਗੇ ਜਿਹੜੇ ਹਿੰਦੂ ਸਨ ਦਿੱਲੀ ਵਿੱਚ ਰਹਿੰਦੇ, ਜਾਂ ਜਿਹੜੇ ਸਿੱਖ ਰਹਿੰਦੇ ਸਨ ਦਿੱਲੀ ਵਿੱਚ, ਉਹ ਸਾਰੇ ਬੜੇ ਹੈਰਾਨ ਹੋਏ ਵੀ ਮਹਾਰਾਜ ਨੇ ਇਹ ਕੀ ਕੌਤਕ ਕੀਤਾ ਹੈ। ਨੌ ਰੰਗ ਕੇ ਨਿੰਦਤ ਸਮੁਦਾਇ। ਤੇ ਜਿਹੜੇ ਨੌ ਰੰਗ ਦੀ ਸਾਰੇ ਨਿੰਦਿਆ ਕਰਦੇ, ਕਹਿੰਦੇ ਵੀ ਔਰੰਗਜ਼ੇਬ ਨੇ ਤੇ ਸ਼ੁਰੂ ਤੋਂ ਪਾਪ ਹੀ ਕੀਤੇ, ਚੰਗਾ ਕੰਮ ਤੇ ਇਹਨੇ ਕੀਤਾ ਕੋਈ ਨਹੀਂ ਹੈ। ਇਹ ਨੌ ਰੰਗ ਦੇ ਔਰੰਗਜ਼ੇਬ ਦੇ ਪਾਪ ਇਹਦੇ ਅੱਗੇ ਆਏ ਨੇ, ਇਹ ਹੋਰ ਕੁਝ ਨਹੀਂ ਹੈ। ਇਸ ਤਰ੍ਹਾਂ ਲੋਕ ਇਸ ਦੀ ਨਿੰਦਿਆ ਕਰਦੇ ਹਨ। ਦੁਸ਼ਟ ਤੇ ਦੁਰ ਦੁਰ ਕਹੈ। ਪਰ ਲੋਕਾਂ ਦੇ ਮਨ ਵਿੱਚ ਡਰ ਹੈ, ਸਮੇਂ ਦੀ ਹਕੂਮਤ ਦਾ, ਔਰੰਗਜ਼ੇਬ ਬਾਦਸ਼ਾਹ ਦਾ ਡਰ ਇੰਨਾ ਵੀ ਨੰਗੇ ਧੜ ਕੋਈ ਸ਼ਰੇਆਮ ਨਹੀਂ ਇਹ ਗੱਲ ਕਹਿ ਸਕਦਾ ਵੀ ਔਰੰਗਜ਼ੇਬ ਤੈਨੂੰ ਤੇਰੀ ਕੀਤੀ ਦਾ ਫਲ ਮਿਲਿਆ। ਹਾਂ, ਲੋਕ ਲੁਕ ਕੇ ਇੱਕ ਦੂਜੇ ਨਾਲ ਗੱਲਾਂ ਕਰਦੇ। ਜਿਹੜਾ ਕਿਸੇ ਨੂੰ ਜਾਣਦਾ ਹੁੰਦਾ ਨਾ, ਪਤਾ ਵੀ ਆਹ ਮੇਰਾ ਵਿਸ਼ਵਾਸ ਪਾਤਰ ਹੈ, ਇਹ ਗੱਲ ਗਾਹ ਨਹੀਂ ਕਰੇਗਾ, ਉਹ ਆਪਸ ਵਿੱਚ ਦੋਨੇ ਜਾਣੇ ਇਕੱਠੇ ਹੋ ਕੇ ਗੱਲਾਂ ਕਰਦੇ, ਕਹਿੰਦੇ ਔਰੰਗਜ਼ੇਬ ਨੂੰ ਕੀਤੇ ਦੀ ਸਜ਼ਾ ਮਿਲੀ ਹੈ। ਇਸ ਤਰ੍ਹਾਂ ਲੋਕ ਛੁਪ ਕੇ ਇੱਕ ਦੂਜੇ ਨਾਲ ਐਸੀਆਂ ਗੱਲਾਂ ਕਰਦੇ। ਮੰਦਮਤੀ ਮਹਿਮਾਨ ਲਹੈ। ਕਹਿਣ ਲੱਗੇ ਵੀ ਇਹ ਮੰਦੀ ਮੱਤ ਵਾਲਾ ਔਰੰਗਜ਼ੇਬ ਜਿਹੜਾ ਹੈ, ਇਹ ਗੁਰੂ ਪਾਤਸ਼ਾਹ ਦੀ ਮਹਿਮਾ ਨੂੰ ਜਾਣਦਾ ਨਹੀਂ। ਇਹਨੂੰ ਨਹੀਂ ਪਤਾ ਲੱਗਾ ਵੀ ਏਡੇ ਵੱਡੇ ਸਤਿਗੁਰਾਂ ਨੂੰ ਮੈਂ ਕੈਦ ਕਰੀ ਬੈਠਾ। ਉਹ ਵੀ ਮਹਾਰਾਜ ਦਾ ਕਸੂਰ ਹੀ ਕੋਈ ਨਹੀਂ ਹੈ, ਕਿਸੇ ਤਰ੍ਹਾਂ ਦਾ ਕੋਈ ਮੁਕੱਦਮਾ ਨਹੀਂ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉੱਪਰ, ਕਿਸੇ ਤਰ੍ਹਾਂ ਦਾ ਕੋਈ ਕੇਸ ਨਹੀਂ ਚੱਲਦਾ ਪਿਆ। ਬਿਨਾਂ ਕਿਸੇ ਗੱਲ ਤੋਂ ਮਹਾਰਾਜ ਨੂੰ ਇਸ ਨੇ ਜੇਲ੍ਹ ਵਿੱਚ ਬੰਦ ਕੀਤਾ ਹੋਇਆ। ਇਹ ਮੰਦੀ ਮੱਤ ਵਾਲੇ ਨੇ ਕਰਮ ਕੀਤਾ ਪਾਪ ਦਾ, ਉਸ ਪਾਪ ਦੇ ਕਰਮ ਦੀ ਸਜ਼ਾ ਇਸ ਨੂੰ ਮਿਲੀ ਹੈ। ਇਹ ਲੋਕ ਗੱਲਾਂ ਕਰਦੇ ਹਨ। ਮਹਾਂ ਜ਼ੁਲਮ ਕਰਤਾ ਬੜ ਪਾਪੀ। ਇਹ ਬੜਾ ਵੱਡਾ ਪਾਪੀ ਹੈ ਔਰੰਗਜ਼ੇਬ, ਔਰ ਸਿੱਧਾ ਕੰਮ ਕੋਈ ਨਹੀਂ ਕਰਦਾ। ਜਦੋਂ ਵੀ ਕੰਮ ਕਰਦਾ ਪਾਪ ਵਾਲਾ ਹੀ ਕਰਦਾ। ਗੁਰਮੁਖੋ, ਔਰੰਗਜ਼ੇਬ ਦਾ ਸਿੱਖ ਧਰਮ ਨਾਲ ਇਕੱਲੇ ਨਾਲ ਵੈਰ ਨਹੀਂ ਹੈ, ਸਾਰੇ ਧਰਮਾਂ ਦੇ ਨਾਲ ਵੈਰ ਹੈ। ਔਰ ਇਸਲਾਮ ਧਰਮ ਦੇ ਵਿੱਚ ਵੀ ਜਿਹੜੇ ਸਾਧੂ ਨੇ ਨਾ, ਉਹਨਾਂ ਨਾਲ ਵੀ ਵੈਰ ਹੈ। ਇਸ ਨੇ ਬੜੇ ਬੜੇ ਸੂਫੀ ਫਕੀਰ ਜਿਹੜੇ ਮੁਸਲਮਾਨ ਧਰਮ ਦੇ ਸਨ, ਉਹਨਾਂ ਨੂੰ ਕਤਲ ਕੀਤਾ। ਤੇ ਸ਼ਰਮਦ ਨਾਮ ਦਾ ਫਕੀਰ ਤੇ ਦੁਨੀਆ ਵਿੱਚ ਮਸ਼ਹੂਰ ਹੈ, ਬੜਾ ਕਰਾਮਾਤੀ ਇਹ ਫਕੀਰ ਸੀ, ਬੜੀ ਬੰਦਗੀ ਵਾਲਾ, ਪਰਮੇਸ਼ਰ ਤੱਕ ਪਹੁੰਚਿਆ ਹੋਇਆ। ਆਪਾਂ ਕਹਿ ਸਕਦੇ ਹਾਂ ਵੀ ਬ੍ਰਹਮ ਗਿਆਨ ਦੀ ਅਵਸਥਾ ਦਾ ਮਾਲਕ ਸੀ ਇਹ ਸ਼ਰਮਦ ਫਕੀਰ। ਹੈ ਤੇ ਮੁਸਲਮਾਨ, ਪਰ ਔਰੰਗਜ਼ੇਬ ਵੀ ਮੁਸਲਮਾਨ ਹੈ। ਔਰੰਗਜ਼ੇਬ ਨੇ ਉਹਨੂੰ ਵੀ ਨਹੀਂ ਛੱਡਿਆ। ਇਹ ਕਿਸੇ ਦਾ ਸਕਾ ਨਹੀਂ ਹੈ। ਆਪਾਂ ਇਹ ਨਹੀਂ ਕਹਿ ਸਕਦੇ ਵੀ ਇਕੱਲਾ ਹਿੰਦੂਆਂ ਦਾ ਵੈਰੀ ਹੈ, ਇਕੱਲਾ ਸਿੱਖਾਂ ਦਾ ਵੈਰੀ ਹੈ, ਉਹ ਮੁਸਲਮਾਨਾਂ ਦਾ ਵੀ ਵੈਰੀ ਹੈ। ਮੁਸਲਮਾਨ ਫਕੀਰਾਂ ਨੂੰ ਵੀ ਉਹ ਕਤਲ ਕਰਦਾ ਹੈ। ਐਸਾ ਇਹ ਮੰਦੀ ਮੱਤ ਵਾਲਾ ਦੁਸ਼ਟ ਨਿਰੰਗਾ ਕਿ ਇਸ ਦੀ ਮੱਤ ਜਿਹੜੀ ਹੈ ਮਰ ਗਈ ਹੈ। ਇਸ ਵੇਲੇ ਸਾਰਿਆਂ ਤੇ ਜ਼ੁਲਮ ਤੇ ਪਾਪ ਕਰਦਾ ਹੈ। ਸਾਧੂ ਜਨ ਕੋ ਬਹੁ ਸੰਤਾਪੀ। ਜਿਹੜੇ ਸਾਧੂ ਨੇ, ਰੱਬ ਦੀ ਬੰਦਗੀ ਕਰਨ ਵਾਲੇ, ਨਾਮ ਜਪਣ ਵਾਲੇ, ਉਹਨਾਂ ਨੂੰ ਕਹੀਏ ਸੰਤਾਪ ਦਿੰਦਾ, ਦੁੱਖ ਦਿੰਦਾ। ਬੰਦਗੀ ਕਰਨ ਵਾਲੀਆਂ ਰੂਹਾਂ ਨੂੰ ਇਹ ਦੁੱਖ ਦਿੰਦਾ ਹੈ। ਐਸਾ ਵੱਡਾ ਇਹ ਪਾਪੀ ਹੈ। ਤੁਰਕਨ ਕੋ ਤੇਜ ਵਿਨਾਸ਼ੈ। ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕੈਦ ਤੇ ਇਹਨੇ ਕਰ ਲਿਆ, ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਇਹਦੇ ਰਾਜ ਭਾਗ ਨੂੰ ਖਤਮ ਕਰ ਦੇਣਗੇ। ਸਾਧੂ ਤੇ ਇਹਨੇ ਪਹਿਲਾਂ ਵੀ ਬੜੇ ਕਤਲ ਕੀਤੇ ਨੇ, ਉਹਨਾਂ ਸਾਧੂਆਂ ਦੀ ਬਦਸੀਸ ਤੇ ਇਹਨੂੰ ਲੱਗਣੀ ਹੈ। ਪਰ ਹੁਣ ਜਿਹੜਾ ਇਹਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕੈਦ ਕੀਤਾ, ਇਹ ਇਸ ਨੇ ਬਹੁਤ ਵੱਡਾ ਪਾਪ ਕਰ ਲਿਆ। ਸੋ ਇਸ ਪਾਪ ਦੀ ਸਜ਼ਾ ਇਸ ਨੂੰ ਮਿਲਣੀ ਹੈ। ਇਹਦਾ ਰਾਜ ਭਾਗ ਨਸ਼ਟ ਹੋ ਜਾਣਾ। ਇਹਦਾ ਰਾਜ ਭਾਗ ਕੀ, ਇਹਦੀ ਕੁੱਲ ਵਿੱਚ, ਇਹਦੇ ਖਾਨਦਾਨ ਵਿੱਚ ਰਾਜ ਨਹੀਂ ਰਹਿਣਾ। ਇਸ ਤਰ੍ਹਾਂ ਲੋਕ ਜਿਹੜੇ ਨੇ ਨਾ, ਉਹ ਆਪਸ ਵਿੱਚ ਗੱਲਾਂ ਕਰਦੇ ਨੇ।
ਵੀ ਇਹਨੇ ਪਾਪ ਕੀਤਾ ਹੈ, ਪਾਪ ਦੀ ਸਜ਼ਾ ਇਸ ਨੂੰ ਮਿਲਣੀ ਹੈ। ਕਰਨ ਕਠਨ ਹਠ ਅਸ ਉਰ ਆਸ਼ੈ। ਪਰ ਇਹਦੇ ਮਨ ਦੇ ਵਿੱਚ ਜਿੱਦ ਹੈ, ਜਿੱਦੀ ਬਾਦਸ਼ਾਹ ਮੰਨਿਆ ਗਿਆ। ਵੈਸੇ ਤੇ ਰਾਜੇ ਸਾਰੇ ਹੀ ਜਿੱਦ ਵਾਲੇ ਹੁੰਦੇ, ਜਦੋਂ ਆਪਾਂ ਜਿੱਦ ਦੀ ਗੱਲ ਕਰਦੇ ਨਾ, ਹੱਠ ਦੀ ਗੱਲ ਕਰਦੇ, ਤੇ ਵਿਦਵਾਨਾਂ ਨੇ ਵੱਖੋ ਵੱਖਰਾ ਹੱਠ ਲਿਖਿਆ। ਸਾਧੂ ਦਾ ਹੱਠ ਵੱਖਰਾ, ਔਰਤ ਦਾ ਹੱਠ ਵੱਖਰਾ, ਬੱਚੇ ਦਾ ਹੱਠ ਵੱਖਰਾ ਅਤੇ ਰਾਜੇ ਦਾ ਹੱਠ ਵੱਖਰਾ ਹੈ। ਰਾਜਾ ਜਿਹੜੇ ਹੱਠ ਤੇ ਆ ਜਾਵੇ ਉਹ ਕੰਮ ਕਰਨ ਤੋਂ ਪਿੱਛੇ ਨਹੀਂ ਹਟਦਾ। ਬੱਚਾ ਜਿਹੜੀ ਜਿੱਦ ਤੇ ਆ ਜਾਵੇ ਪੂਰੀ ਨਹੀਂ ਕੀਤੀ ਜਾ ਸਕਦੀ ਹੈ, ਕਿਉਂਕਿ ਜਿੱਦ ਇਹੋ ਜਿਹੀ ਹੋ ਜਾਂਦੀ, ਉਹ ਪੂਰੀ ਕਿਵੇਂ ਕਰੇਗਾ। ਇੱਕ ਵਾਰੀ ਬਾਦਸ਼ਾਹ ਅਕਬਰ ਨੇ ਪੁੱਛ ਲਿਆ ਆਪਣੇ ਵਜ਼ੀਰ ਨੂੰ, ਕਹਿਣ ਲੱਗਾ ਵੀ ਇਹ ਦੱਸ ਬੀਰਬਲ, ਕਹਿੰਦੇ ਬੱਚੇ ਦਾ ਬੜਾ ਹੱਠ ਹੁੰਦਾ, ਪਰ ਮੈਂ ਏਡਾ ਵੱਡਾ ਰਾਜਾ ਹਾਂ, ਜੇ ਮੇਰੇ ਅੱਗੇ ਬੱਚਾ ਹੱਠ ਕਰੇ ਤੇ ਮੈਂ ਪੂਰਾ ਕਰ ਸਕਦਾ। ਤੇ ਬੀਰਬਲ ਨੇ ਆਖਿਆ ਨਹੀਂ ਅਕਬਰ ਬਾਦਸ਼ਾਹ, ਇਹ ਨਹੀਂ ਹੋ ਸਕਦਾ। ਭਾਵੇਂ ਤੂੰ ਰਾਜਾ ਜ਼ਰੂਰ ਹੈ, ਹਿੰਦੁਸਤਾਨ ਦਾ ਰਾਜ ਤੇਰੇ ਕੋਲ ਹੈ, ਬੜੀ ਮਾਇਆ, ਬੜੇ ਧਨ ਪਦਾਰਥ ਨੇ, ਪਰ ਬੱਚੇ ਕਈ ਵਾਰ ਜਿੱਦ ਇਹੋ ਜਿਹੀ ਕਰ ਲੈਂਦੇ, ਉਹ ਤੇਰੇ ਕੋਲੋਂ ਪੂਰੀ ਨਹੀਂ ਹੋਣੀ। ਅਕਬਰ ਨਹੀਂ ਮੰਨਿਆ, ਕਿਉਂਕਿ ਰਾਜੇ ਦਾ ਵੀ ਕੰਮ ਹੁੰਦਾ ਨਾ ਹੱਠ ਕਰਨਾ। ਜਦੋਂ ਨਹੀਂ ਮੰਨਿਆ ਤੇ ਬੀਰਬਲ ਕਹਿੰਦਾ ਲੈ ਫਿਰ ਤੈਨੂੰ ਉਦਾਹਰਨ ਦੇ ਕੇ ਮੈਂ ਸਮਝਾ ਹੀ ਦਿੰਦਾ, ਮੈਂ ਬਣ ਜਾਂਦਾ ਬੱਚਾ ਤੇ ਤੂੰ ਬਣ ਜਾ ਰਾਜਾ। ਮੈਂ ਤੇਰੇ ਕੋਲੋਂ ਕੁਝ ਮੰਗਾਂਗਾ ਤੇ ਤੂੰ ਮੇਰੀ ਮੰਗ ਪੂਰੀ ਕਰਕੇ ਵਿਖਾ। ਜੇ ਤੂੰ ਮੇਰੀ ਮੰਗ ਪੂਰੀ ਕਰ ਗਿਆ, ਮੈਂ ਸਮਝਾਂਗਾ ਵੀ ਤੂੰ ਬੱਚੇ ਦੀ ਜਿੱਦ ਪੂਰੀ ਕਰ ਸਕਦਾ। ਜੇ ਮੇਰੀ ਮੰਗ ਪੂਰੀ ਨਾ ਕਰ ਸਕਿਆ ਤੇ ਫਿਰ ਤੈਨੂੰ ਇਹ ਮੰਨਣਾ ਪਵੇਗਾ ਵੀ ਵੱਡੇ ਦੀ ਤੇ ਕੀ, ਬੱਚੇ ਦੀ ਜਿੱਦ ਵੀ ਪੂਰੀ ਨਹੀਂ ਹੁੰਦੀ। ਅਕਬਰ ਬਾਦਸ਼ਾਹ ਨੇ ਉਸ ਵੇਲੇ ਬੀਰਬਲ ਦੀ ਇਹ ਗੱਲ ਸੁਣ ਕੇ ਕਹਿਣ ਲੱਗਾ ਮੈਨੂੰ ਇਹ ਤੇਰੀ ਸ਼ਰਤ ਮਨਜ਼ੂਰ ਹੈ, ਮੰਗ ਕੀ ਮੰਗੇਗਾ ਮੈਂ ਉਸੇ ਵੇਲੇ ਲਿਆ ਕੇ ਦਿਆਂਗਾ। ਤੇ ਉਸ ਵੇਲੇ ਬੀਰਬਲ ਨੇ ਬੱਚਾ ਬਣ ਕੇ ਆਖਿਆ, ਕਹਿਣ ਲੱਗਾ ਮੈਨੂੰ ਹਾਥੀ ਲਿਆ ਕੇ ਦੇ। ਅਕਬਰ ਕਹਿਣ ਲੱਗਾ ਹਾਥੀ ਦੀ ਕਿਹੜੀ ਗੱਲ ਹੈ, ਮੇਰੀ ਫੌਜ ਵਿੱਚ ਸੈਂਕੜੇ ਹਾਥੀ ਨੇ, ਹਜ਼ਾਰਾਂ ਹਾਥੀ ਮੇਰੀ ਫੌਜ ਵਿੱਚ ਨੇ। ਉਸੇ ਵੇਲੇ ਇੱਕ ਨੌਕਰ ਨੂੰ ਹੁਕਮ ਦਿੱਤਾ, ਕਹਿਣ ਲੱਗਾ ਹਾਥੀ ਲੈ ਕੇ ਆਓ, ਮੈਂ ਇਹਦੀ ਜਿੱਦ ਪੂਰੀ ਕਰਨੀ ਹੈ। ਮੁਹਾਵਤ ਉਸੇ ਵੇਲੇ ਹਾਥੀ ਲੈ ਕੇ ਆ ਗਿਆ। ਕਹਿਣ ਲੱਗੇ ਬੀਰਬਲ ਹੁਣ ਦੱਸ। ਬੀਰਬਲ ਕਹਿੰਦਾ ਵੀ ਹੁਣ ਇੱਕ ਬੁਗਣੀ ਲੈ ਕੇ ਆ, ਜਿਹਦੇ ਵਿੱਚ ਆਪਾਂ ਪੈਸੇ ਪਾਉਂਦੇ ਨਾ, ਮਿੱਟੀ ਦਾ ਬਣਿਆ ਹੁੰਦਾ ਨਿੱਕਾ ਜਿਹਾ ਭਾਂਡਾ, ਉਸ ਨੂੰ ਬੁਗਣੀ ਆਖਿਆ ਜਾਂਦਾ। ਕਹਿਣ ਲੱਗਾ ਵੀ ਹੁਣ ਉਹ ਬੁਗਣੀ ਲੈ ਕੇ ਆ। ਬਾਦਸ਼ਾਹ ਨੇ ਹੁਕਮ ਚਾੜਿਆ, ਘੁਮਿਆਰ ਨੂੰ ਕਹਿੰਦਾ ਵੀ ਇੱਕ ਬੁਗਣੀ ਬਣਾ ਕੇ ਛੋਟੀ ਜੀ ਲੈ ਕੇ ਆਓ, ਪੈਸੇ ਪਾਉਣ ਵਾਲੀ। ਲੈ ਆਂਦੀ। ਕਹਿਣ ਲੱਗਾ ਬੀਰਬਲ ਹੁਣ ਦੱਸ। ਤੇ ਬੀਰਬਲ ਕਹਿੰਦਾ ਹੁਣ ਇਹ ਮੇਰਾ ਸਵਾਲ ਹੈ, ਇਸ ਹਾਥੀ ਨੂੰ ਇਸ ਬੁਗਣੀ ਦੇ ਵਿੱਚ ਪਾ ਦੇ, ਬਸ ਮੈਨੂੰ ਇਹ ਕਰਕੇ ਵਿਖਾ ਦੇ, ਮੈਂ ਮੰਨ ਜਾਗਾ ਤੂੰ ਬੱਚੇ ਦੀ ਜਿੱਦ ਪੂਰੀ ਕਰ ਸਕਦਾ। ਹੁਣ ਅਕਬਰ ਬਾਦਸ਼ਾਹ ਵੇਖਣ ਲੱਗ ਪਿਆ ਵੀ ਐਡਾ ਵੱਡਾ ਹਾਥੀ ਇਹ ਕੱਚ ਦੇ ਮਿੱਟੀ ਦੇ ਭਾਂਡੇ ਵਿੱਚ ਕਿਵੇਂ ਪੈ ਸਕਦਾ, ਹਾਥੀ ਨੂੰ ਭਾਂਡੇ ਵਿੱਚ ਕਿਵੇਂ ਪਾਵਾਂ। ਹੈਰਾਨ ਹੋ ਗਿਆ, ਮੰਨ ਗਿਆ ਇਹ ਗੱਲ ਵੀ ਠੀਕ ਹੈ, ਬੱਚਾ ਵੀ ਜਿਹੜੀ ਜਿੱਦ 'ਤੇ ਆ ਜਾਵੇ ਉਹਦੀ ਜਿੱਦ ਪੂਰੀ ਨਹੀਂ ਕੀਤੀ ਜਾ ਸਕਦੀ ਹੈ, ਕਿਉਂਕਿ ਉਹਦੀ ਜਿੱਦ ਹੀ ਇਹੋ ਜਿਹੀ ਹੈ ਜਿਹੜੀ ਕਿਸੇ ਤਰੀਕੇ ਨਾਲ ਪੂਰੀ ਹੋ ਹੀ ਨਹੀਂ ਸਕਦੀ ਹੈ। ਆਪਾਂ ਬਚਨ ਸਰਵਣ ਕਰਦੇ ਪਏ ਸੀ, 4 ਤਰ੍ਹਾਂ ਦੇ ਹੱਠ ਜਿਹੜੇ ਨੇ ਨਾ ਉਹ ਵਿਦਵਾਨਾਂ ਨੇ ਮੰਨੇ ਨੇ। ਬੱਚੇ ਦਾ ਹੱਠ, ਇੱਕ ਔਰਤ ਦਾ ਹੱਠ, ਇਸੇ ਤਰ੍ਹਾਂ ਇੱਕ ਸਾਧੂ ਦਾ ਹੱਠ, ਤੇ ਫਿਰ ਚੌਥਾ ਹੈ ਰਾਜੇ ਦਾ ਹੱਠ। ਇਹ 4 ਹੱਠ ਨੇ। ਸੋ ਇੱਥੇ ਬਚਨ ਆ ਗਿਆ, ਲੋਕ ਗੱਲਾਂ ਕਰਦੇ, ਕਹਿਣ ਲੱਗੇ ਔਰੰਗਜ਼ੇਬ ਬਾਦਸ਼ਾਹ ਬੜਾ ਹਠੀ ਹੈ, ਬੜਾ ਜਿੱਦੀ ਹੈ, ਜਿਹੜੀ ਗੱਲ ਕਰਦਾ ਹੈ ਪੂਰੀ ਕਰਨ ਵਾਸਤੇ ਆਪਣਾ ਪੂਰਾ ਜ਼ੋਰ ਲਾਵੇਗਾ। ਤੇ ਇਸ ਨੇ ਆਪਣੀ ਗੱਲ ਪੂਰੀ ਕਰਨ ਵਾਸਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਵੈਰ ਤੇ ਕਮਾ ਲਿਆ, ਪਰ ਇਸ ਵੈਰ ਨੇ ਇਹਦਾ ਰਾਜ ਖਤਮ ਕਰ ਦੇਣਾ, ਇਹਦੀਆਂ ਪੁਸ਼ਤਾਂ ਵਿੱਚੋਂ ਕੁੱਲਾਂ ਵਿੱਚੋਂ ਰਾਜ ਚਲੇ ਜਾਣਾ। ਇਸ ਤਰ੍ਹਾਂ ਜਿਹੜੇ ਦਿੱਲੀ ਦੇ ਲੋਕ ਨੇ ਉਹ ਆਪਸ ਵਿੱਚ ਗੱਲਾਂ ਕਰਦੇ ਹਨ। ਇਸ ਪ੍ਰਕਾਰ ਪੁਰ ਰੌਰਾ ਭਰਿਓ। ਇਸ ਤਰ੍ਹਾਂ ਕਹਿੰਦੇ ਦਿੱਲੀ ਸ਼ਹਿਰ ਦੇ ਵਿੱਚ ਰੌਲਾ ਹੀ ਪੈ ਗਿਆ। ਹਰੇਕ ਘਰ ਦੇ ਵਿੱਚ ਅੱਜ ਗੱਲ ਜਿਹੜੀ ਹੈ ਨਾ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਹੋ ਰਹੀ ਹੈ। ਹਰੇਕ ਦੁਕਾਨ ਤੇ, ਹਰੇਕ ਚੁਰਾਹੇ ਤੇ, ਹਰੇਕ ਥਾਂ ਤੇ, ਭਾਵੇਂ ਕੋਈ ਸੱਥ ਹੈ, ਕੋਈ ਸਾਂਝੀ ਥਾਂ ਹੈ, ਕੋਈ ਸਰਕਾਰੀ ਥਾਂ ਹੈ, ਸਾਰਿਆਂ ਥਾਵਾਂ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਕੈਦ ਦੀ ਜੋ ਗੱਲ ਹੈ ਉਹ ਇੱਕ ਦੂਜੇ ਨਾਲ ਲੋਕ ਕਰਦੇ ਹਨ। ਘਰ ਘਰ ਦਰ ਦਰ ਸੁਣਵੇ ਕਰਿਓ। ਹਰੇਕ ਘਰ ਦੇ ਵਿੱਚ, ਹਰੇਕ ਦਰ ਦਰਵਾਜ਼ੇ ਦੇ ਵਿੱਚ ਔਰਤਾਂ ਗਲੀ ਮਹੱਲੇ ਦੀਆਂ ਇੱਕ ਦੂਜੇ ਦੇ ਦਰਵਾਜ਼ੇ ਤੇ ਖਲੋ ਕੇ ਇਹੋ ਹੀ ਗੱਲਾਂ ਕਰਦੀਆਂ ਸੁਣਾਈ ਦਿੰਦੀਆਂ ਵੀ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਗ੍ਰਿਫਤਾਰ ਕੀਤਾ, ਇਹ ਵੱਡਾ ਪਾਪ ਕੀਤਾ, ਇਹਦੀ ਸਜ਼ਾ ਇਹਨੂੰ ਮਿਲੇਗੀ। ਕਹਿਣ ਲੱਗੇ ਹਰੇਕ ਦਰਵਾਜ਼ੇ ਤੇ ਗੱਲ ਚੱਲਦੀ ਪਈ ਹੈ, ਹਰੇਕ ਥਾਂ ਦੇ ਉੱਪਰ ਇਹੋ ਚਰਚਾ ਹੁੰਦੀ ਹੈ। ਤਿੰਨ ਉਮਰਾਵਨ ਕੀਨ ਸੁਨਾਨਾ। ਉਹ ਜਿਹੜੇ ਉਮਰਾਵ ਸਨ ਨਾ ਵਜ਼ੀਰ, ਜਿਹੜਾ ਪਿੱਛੇ ਆਪਾਂ ਬਚਨ ਸਰਵਣ ਕੀਤਾ ਵੀ ਉਹ ਵਜ਼ੀਰ ਮਹਾਰਾਜ ਦੇ ਵਾਸਤੇ ਵੱਡਾ ਸਾਰਾ ਇੱਕ ਮਾਸ ਦਾ ਪਤੀਲਾ ਤਿਆਰ ਕਰਕੇ ਲੈ ਕੇ ਗਏ।
ਉਹ ਜਿਹੜੇ ਵਜ਼ੀਰ ਨੇ ਉਹ ਵੀ ਆਪਣੇ ਗਲ ਦੇ ਕੱਪੜੇ ਲਾਹ ਕੇ ਤੇ ਗੁਸਲਖਾਨੇ ਦੇ ਵਿੱਚ ਜਾ ਕੇ ਉਹ ਵੀ ਇਸ਼ਨਾਨ ਕਰਦੇ ਫਿਰਦੇ, ਉਹ ਵੀ ਨਹਾਉਂਦੇ ਫਿਰਦੇ ਨੇ ਵੀ ਸੂਰਾਂ ਨੇ ਸਾਨੂੰ ਵੀ ਗੰਦੇ ਕਰ ਦਿੱਤਾ ਹੈ। ਵਸਤਰ ਅਪਰ ਹੀ ਪਹਿਰਨ ਠਾਨੈ। ਤੇ ਫਿਰ ਹੋਰ ਬਸਤਰ ਜਿਹੜੇ ਪਹਿਲਾਂ ਗਲ ਵਿੱਚ ਪਾਏ ਸਨ ਉਹ ਵਜ਼ੀਰਾਂ ਨੇ ਲਾਹ ਕੇ ਬਸਤਰ ਦੇ ਦਿੱਤੇ ਕਿਸੇ ਨੂੰ, ਲੈ ਜਾਓ ਜਿਹਨੂੰ ਚਾਹੀਦੇ ਨੇ। ਨਵੇਂ ਬਸਤਰ ਆਪੋ ਆਪਣੇ ਘਰਾਂ ਵਿੱਚੋਂ ਮੰਗਾ ਕੇ ਇਹਨਾਂ ਵਜ਼ੀਰਾਂ ਨੇ ਉਹ ਨਵੇਂ ਕੱਪੜੇ ਗਲ ਵਿੱਚ ਪਾਏ ਹਨ। ਪਛਤਾਵਤ ਬਿਸਮਾਵਤ ਹਿਰਦੇ। ਇਸੇ ਤਰ੍ਹਾਂ ਇਹ ਜਿੰਨੇ ਨੇ ਸਾਰੇ ਪਛਤਾਉਂਦੇ ਪਏ ਵੀ ਇਹ ਅਸੀਂ ਕੀ ਕਰ ਬੈਠੇ। ਸਾਨੂੰ ਪਤਾ ਹੁੰਦਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕੌਤਕ ਕਰਨਾ, ਅਸੀਂ ਆਪਣਾ ਕਿਵੇਂ ਨਾ ਕਿਵੇਂ ਬਚਾਅ ਕਰ ਲੈਂਦੇ, ਇਸ ਤਰ੍ਹਾਂ ਪਛਤਾਉਂਦੇ ਹਨ। ਸ਼ਾਹ ਸਮੀਪ ਗਏ ਸੋ ਤਦੇ। ਤੇ ਕੁਝ ਜਿਹੜੇ ਵਜ਼ੀਰ ਸਨ, ਗੁਰਮੁਖੋ ਗੱਲ ਇੱਥੇ ਖਤਮ ਨਹੀਂ ਹੋਈ ਹੈ। ਹੁਣ ਇਹ ਚਲੇ ਗਏ ਬਾਦਸ਼ਾਹ ਔਰੰਗਜ਼ੇਬ ਦੇ ਕੋਲ ਵੀ ਸਤਿਗੁਰਾਂ ਨੇ ਸਾਡੇ ਨਾਲ ਇਹ ਕੁਝ ਕੀਤਾ ਹੈ। ਇਹ ਜਿਹੜੇ ਵਜ਼ੀਰ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਦੱਸਣ ਵਾਸਤੇ ਉਹਦੀ ਕਚਹਿਰੀ ਦੇ ਵਿੱਚ ਉਸ ਵੇਲੇ ਪਹੁੰਚੇ ਹਨ। ਤਸਲੀਮਾਤ ਕਰੀ ਹੋਏ ਖਰੇ। ਤਸਲੀਮਾਤ ਤੋਂ ਭਾਵ ਹੁੰਦਾ ਸਲਾਮਾਂ ਅਲੈਕਮ, ਝੁਕੇ ਨਾ ਸਲਾਮ ਕਰਨੀ ਬਾਦਸ਼ਾਹ ਨੂੰ। ਤੇ ਮੁਸਲਮਾਨ ਜਿਹੜੇ ਜਦੋਂ ਝੁਕਦੇ ਨੇ ਨਾਲ ਸਲਾਮਾਂ ਅਲੈਕਮ ਕਹਿੰਦੇ। ਕਹਿਣ ਲੱਗੇ ਜਿਹੜੇ ਵਜ਼ੀਰ ਸਨ ਜਿਨ੍ਹਾਂ ਨੇ ਇਸ਼ਨਾਨ ਕੀਤਾ ਹੁਣੇ ਇਹ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿੱਚ ਜਾ ਕੇ ਇਹਨਾਂ ਨੇ ਸਿਰ ਝੁਕਾ ਕੇ ਉਸ ਵੇਲੇ ਬਾਦਸ਼ਾਹ ਨੂੰ ਸਲਾਮ ਕੀਤੀ ਹੈ। ਸਰਵ ਬਿਰਤਾਂਤ ਸੁਨਾਵਨ ਕਰੇ। ਉਸ ਵੇਲੇ ਬਾਦਸ਼ਾਹ ਨੇ ਪੁੱਛਿਆ ਵੀ ਕੀ ਕਰਕੇ ਆਏ ਹੋ। ਕਹਿਣ ਲੱਗੇ ਅਸੀਂ ਕੀ ਕਰਨਾ ਹੈ, ਉੱਥੇ ਤੇ ਜੋ ਕੁਝ ਕੀਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕੀਤਾ। ਇਹ ਗੱਲ ਸੁਣ ਕੇ ਔਰੰਗਜ਼ੇਬ ਬੜਾ ਹੈਰਾਨ ਹੋ ਗਿਆ। ਕਹਿਣ ਲੱਗਾ ਵੀ ਤੁਹਾਨੂੰ ਭੇਜਿਆ ਸੀ ਕਰਨ ਵਾਸਤੇ ਤੇ ਤੁਸੀਂ ਆਖਦੇ ਹੋ ਵੀ ਅਸੀਂ ਕੁਝ ਨਹੀਂ ਕੀਤਾ। ਜੋ ਕੀਤਾ ਹੈ ਉਹ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕੀਤਾ। ਇਹ ਗੱਲ ਸੁਣ ਕੇ ਮੈਨੂੰ ਬੜੀ ਹੈਰਾਨੀ ਹੈ। ਇਹ ਜਿਹੜੇ ਵਜ਼ੀਰ ਨੇ ਹੁਣ ਕਿਵੇਂ ਦੱਸਦੇ ਇਹਨੂੰ ਔਰੰਗਜ਼ੇਬ ਨੂੰ ਵੀ ਸਾਡੇ ਨਾਲ ਕੀ ਹੋਇਆ। ਔਰੰਗਜ਼ੇਬ ਇਹ ਗੱਲਾਂ ਸੁਣ ਕੇ ਹੁਣ ਕਿਹੜਾ ਨਵਾਂ ਫਰਮਾਨ ਕਰੇਗਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕਸ਼ਟ ਦੇਣ ਵਾਸਤੇ, ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖਾ ਕਤਹਿ ਨ ਛੂਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ। 18 ਨੂੰ ਸੋ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ 19 ਤਰੀਕ ਨੂੰ ਜੋ ਨਗਰ ਕੀਰਤਨ ਹਨ ਉਹ 18 ਤਰੀਕ ਨੂੰ